ਦੇ ਲਈ ਤੂੰ ਗੁਰਦੁਆਰੇ ਆਉਣਾ ਹੈ, ਮੰਦਰ ਮਸਜਿਦ ਕਿਤੇ ਵੀ ਧਾਰਮਿਕ ਸਥਾਨ ਤੇ ਜਾਂਦਾ ਹੈ, ਪਰ ਇੱਕ ਗੱਲ ਯਾਦ ਰੱਖੀ, ਜੋ ਪਦਾਰਥ ਤੈਨੂੰ ਮਿਲੇ ਹੋਏ ਨੇ ਜਾਂ ਅੱਗੇ ਮਿਲਣੇ ਨੇ ਉਸ ਤੇਰੀ ਪ੍ਰਾਲਬਧ ਦੇ ਵਿੱਚ ਲਿਖੇ ਹੋਏ ਨੇ। ਉਹ ਜਿਹੜਾ ਅੰਕੁਰ ਹੈ ਉਹ ਜ਼ਿੰਦਗੀ ਵਿੱਚ ਲਿਖਿਆ ਹੋਇਆ ਹੈ, ਉਹ ਉਸ ਨੂੰ ਮਿਲਣਾ ਹੀ ਮਿਲਣਾ ਹੈ। ਪਰ ਇਹ ਹੁੰਦਾ ਹੈ ਕਈ ਵਾਰੀ ਮਨੁੱਖ ਨੂੰ ਮਿਲਣਾ ਬਹੁਤ ਕੁਝ ਹੁੰਦਾ ਹੈ, ਪਰ ਜਿਹੜੇ ਉਹਦੇ ਅੱਜ ਦੇ ਕਿਰਿਆਮਾਨ ਕਰਮ ਨੇ, ਹੁਣ ਜਿਹੜੇ ਕਰਮ ਚੱਲ ਰਹੇ ਨੇ, ਉਹ ਕਰਮ ਜਿਹੜੇ ਪਿਛਲੇ ਕਰਮ ਨੇ ਉਹਨਾਂ ਨੂੰ ਵੀ ਘਟਾ ਦਿੰਦੇ ਨੇ, ਖਰਾਬ ਕਰ ਦਿੰਦੇ ਨੇ। ਜਦੋਂ ਹੀ ਉਹ ਖਰਾਬ ਹੁੰਦੇ ਨੇ ਉਹਨਾਂ ਨਾਲ ਸਾਡੀ ਸਾਰੀ ਪ੍ਰਤੀਕਿਰਿਆ ਬਦਲ ਜਾਂਦੀ ਹੈ, ਸਭ ਕੁਝ। ਇੱਕ ਇੱਕ ਮਨੁੱਖ ਸਾਰੀ ਦੁਨੀਆ ਨਾਲ ਜੁੜਿਆ ਹੋਇਆ ਹੈ, ਇੱਕ ਇੱਕ। ਆਪ ਜੀ ਹੁਣ ਇੱਥੇ ਬੈਠੇ ਹੋ, ਇੱਥੇ ਬਹਿਣ ਦੇ ਨਾਲ ਸਾਰੀ ਦੁਨੀਆ ਬਦਲ ਗਈ ਹੈ, ਸਾਰੀ ਦੁਨੀਆ। ਇੰਨੇ ਜਿੰਨੇ ਬੈਠੇ ਨੇ ਇਹਦਾ ਇਫੈਕਟ ਸਾਰੀ ਦੁਨੀਆ ਤੇ ਪੈਂਦਾ ਹੈ। ਉਦਾਹਰਣ ਦੇ ਲਈ, ਜਿਵੇਂ ਆਪ ਇੱਥੋਂ ਚੱਲ ਕੇ ਅੰਮ੍ਰਿਤਸਰ ਜਾਂਦੇ ਹੋ, ਜੇਬ ਦੇ ਵਿੱਚ ਪੈਸੇ ਹਨ ਔਰ ਕਦੀ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਹੋਏਗਾ ਇਹ ਕੰਮ ਉੱਥੇ ਆ ਕਰਨਾ ਹੈ, ਜਾਂ ਕੋਈ ਵੀ ਪਲੈਨਿੰਗ ਨਹੀਂ ਹੈ। ਆਪ ਉਤਰਦੇ ਹੋ, ਉਤਰਦਿਆਂ ਅੱਗੇ ਰਿਕਸ਼ੇ ਵਾਲਾ ਮਿਲਦਾ ਹੈ, ਪਤਾ ਨਹੀਂ ਉਹ ਰਿਕਸ਼ੇ ਵਾਲਾ ਮਿਲੇਗਾ, ਪਰ ਜੋ ਪੈਸੇ ਆਪ ਦੇ ਕੋਲ ਹਨ ਤੇ ਉਹ ਰਿਕਸ਼ੇ ਵਾਲੇ ਦੀ ਪ੍ਰਾਰਬਧ ਇਕੱਠੀ ਹੋਈ ਹੈ। ਆਪ ਦੇ ਕੋਲ ਉਹ ਜਿਹੜੇ ਪੈਸੇ ਆਏ ਨੇ ਕੌਣ ਦੇ ਕੇ ਗਿਆ ਹੈ, ਉਹਨੂੰ ਕੌਣ ਦੇ ਕੇ ਗਿਆ ਹੈ, ਐਵੇਂ ਸਾਰਾ ਸਰਕਲ ਘੁੰਮਿਆ ਹੋਇਆ। ਉਹਨੇ ਤੁਹਾਨੂੰ ਦਿੱਤੇ ਨੇ, ਤੁਸੀਂ ਅੱਗੋਂ ਉਹਨੂੰ ਦੇ ਦੇਣੇ ਨੇ। ਐਵੇਂ ਪਰਮਾਤਮਾ ਨੇ ਸਾਰਾ, ਹੁਣ ਰਿਕਸ਼ੇ ਵਾਲੇ ਨੇ ਅੱਗੇ ਕਿਸੇ ਨੂੰ ਦੇ ਦੇਣੇ ਨੇ, ਜਿਹੜੇ ਉਹਨੇ ਨੇ ਉਹਨੇ ਹੋਰ ਕਿਸੇ ਨੂੰ ਦੇ ਦੇਣੇ ਨੇ। ਇਵੇਂ ਸਾਰੀ ਦੁਨੀਆ ਦਾ ਸਰਕਲ ਘੁੰਮਦਾ ਹੈ। ਆਪ ਇੱਥੋਂ ਜਾਂਦੇ ਹੋ, ਉੱਥੇ ਕੋਈ ਖਾਣ ਪੀਣ ਦੀ ਰੇਹੜੀ ਹੈ, ਹੁਣ ਉਹ ਸਵੇਰੇ ਆਸ ਕਰਕੇ ਨਿਕਲਿਆ ਹੋਏਗਾ ਅੱਜ ਮੈਨੂੰ ਇਸ ਚੀਜ਼ ਦੀ ਪ੍ਰਾਪਤੀ ਹੋਏਗੀ। ਉਹਨੂੰ ਨਹੀਂ ਪਤਾ ਫਲਾਣੀ ਥਾਂ ਤੋਂ ਕੋਈ ਇਨਸਾਨ ਆਏਗਾ, ਉਹ ਉਹਨੂੰ ਪੈਸੇ ਦੇਗਾ, ਉਹਨੂੰ ਨਹੀਂ ਪਤਾ। ਪਰ ਉਹਦੀ ਪ੍ਰਾਲਬਧ ਉਹਨੂੰ ਉੱਥੇ ਖਲੋਤਿਆਂ ਕਿੱਥੇ ਜਾ ਕੇ ਮਿਲ ਰਹੀ ਹੈ, ਇੱਕ ਕਰਨਾਲ ਤੋਂ ਇਨਸਾਨ ਜਾ ਕੇ ਅੰਮ੍ਰਿਤਸਰ ਜਾ ਕੇ ਉਹਨੂੰ ਉਹਦੀ ਪ੍ਰਾਲਬਧ ਪਹੁੰਚਾ ਰਿਹਾ ਹੈ ਉੱਥੇ। ਇਸ ਕਰਕੇ ਇਹ ਜਿਹੜਾ ਪ੍ਰਮਾਤਮਾ ਦਾ ਪਸਾਰਾ ਹੈ ਬਹੁਤ ਡੂੰਘਾ ਹੈ, ਇਹ ਸਮਝ ਵਿੱਚ ਨਹੀਂ ਆ ਸਕਦਾ। ਹਾਂ, ਇਹ ਜਿਹੜੇ ਅਸੀਂ ਕਿਆਸ ਲਗਾ ਰਹੇ ਹਾਂ ਇਹ ਸਮਝ ਆਉਣ ਦੇ ਕਿਆਸ ਨੇ, ਇਹਨਾਂ ਤੋਂ ਪ੍ਰੇਰਨਾ ਮਿਲਦੀ ਹੈ ਕਿ ਉਹ ਬੇਅੰਤ ਹੈ। ਜਦੋਂ ਸਤ ਸੰਗਤ ਵਿੱਚ ਮਨੁੱਖ ਨਹੀਂ ਆਉਂਦਾ ਫਿਰ ਇਹ ਜਿਹੜੇ ਉਹਦੇ ਕਰਮ ਨੇ ਸਾਰੀ ਪ੍ਰਤੀਕਿਰਿਆ ਬਦਲਣੀ ਸ਼ੁਰੂ ਹੋ ਜਾਂਦੀ ਹੈ। ਔਰ ਉਹਦੇ ਨਾ ਆਉਣ ਦਾ ਕਾਰਨ ਹੈ ਉਹਦਾ ਆਲਸ, ਆਲਸ। ਇਹ ਵੀ ਮੈਂ ਆਪ ਜੀ ਦੇ ਸਾਹਮਣੇ ਬੇਨਤੀ ਕਰਦਾ, ਕਿਉਂਕਿ ਜਿਵੇਂ ਹੀ ਮਨੁੱਖ ਦੇ ਕੋਲ ਦੁਨਿਆਵੀ ਤੌਰ ਤੇ ਕੁਝ ਵੱਧਦਾ ਹੈ, ਪਦਾਰਥ ਵੱਧਦੇ ਹਨ, ਰੋਟੀ ਪਾਣੀ ਵੱਧਦਾ ਹੈ, ਮਨੁੱਖ ਆਲਸੀ ਹੋ ਜਾਂਦਾ ਹੈ। ਉਸ ਨੂੰ ਇਵੇਂ ਲੱਗਦਾ ਹੈ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ ਨੇ। ਕਿਉਂ? ਸਰੀਰ ਦੇ ਤਲ ਤੇ ਮਨੁੱਖ ਜੀ ਰਿਹਾ ਹੈ, ਜਾਂ ਤੇ ਕੋਈ ਆਤਮਾ ਦੇ ਤਲ ਤੇ ਜੀਵੇ। ਤਿੰਨ ਤਲਾਂ ਤੇ ਮਨੁੱਖ ਜਿੰਦੇ ਨੇ, ਕੋਈ ਸਰੀਰ ਦੇ ਤਲ ਤੇ ਜੀ ਰਿਹਾ, ਕੋਈ ਮਾਨਸਿਕ ਤਲ ਤੇ ਜੀ ਰਿਹਾ, ਕੋਈ ਆਤਮਾ ਦੇ ਤਲ ਤੇ ਜੀ ਰਿਹਾ। ਤਿੰਨੇ ਵੱਖੋ ਵੱਖਰੇ ਨੇ। ਹੁਣ ਜਿਹੜਾ ਆਤਮਾ ਦੇ ਤਲ ਤੇ ਜੀ ਰਿਹਾ ਉਹਨੂੰ ਤੇ ਪਤਾ ਹੈ ਇਹ ਗੁਰਬਾਣੀ ਦੀ ਅਰਥ ਵਿਚਾਰ, ਇਹਦੀ ਖੁਰਾਕ ਤੋਂ ਬਿਨਾਂ ਮੇਰੀ ਆਤਮਾ ਮੈਲੀ ਹੋ ਜਾਏਗੀ, ਜੀਵ ਆਤਮਾ ਖਤਮ ਹੋ ਜਾਏਗੀ, ਉਹਨੂੰ ਪਤਾ ਹੈ ਇਹ ਗੱਲ। ਬੜਾ ਸਰੀਰ ਦੇ ਤਲ ਤੇ ਜੀ ਰਿਹਾ, ਉਹਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੂੰ ਇੰਨਾ ਹੀ ਲੈਣਾ ਦੇਣਾ ਹੈ ਪਦਾਰਥ ਹਨ ਇਹ ਹੋਰ ਮਿਲ ਜਾਣ, ਬਸ ਇੱਥੋਂ ਤੇ ਹੀ ਖੜਾ। ਅੱਜ ਜਿੰਨੇ ਨੇ ਇਹ ਤੋਂ ਡਬਲ ਹੋ ਜਾਣ, ਇੱਥੇ ਖੜਾ ਬਸ। ਇਹ ਤੋਂ ਅੱਗੇ ਨਾ ਉਹਨੇ ਕਦੀ ਸੋਚਿਆ ਹੈ ਨਾ ਕਦੀ ਸੋਚੇਗਾ। ਇਸ ਨੂੰ ਅਸੀਂ ਤਿੰਨ ਗੁਣਾਂ ਵਿੱਚ ਵੀ ਕਰਦੇ ਹਾਂ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਇਹ ਤਿੰਨ ਤਰੀਕੇ ਨੇ। ਤਮੋ ਕਿਹੜਾ? ਜਿਹੜਾ ਲੰਮਾ ਪਿਆ, ਪਤਾ ਹੀ ਨਹੀਂ ਹੈ ਕੁਛ।
ਆਲਸੀ ਹੈ, ਕ੍ਰੋਧੀ ਹੈ। ਆਲਸੀ ਕ੍ਰੋਧ ਲੈ ਕੇ ਆਉਂਦਾ ਹੈ। ਇਸ ਕਰਕੇ ਆਲਸ ਜਦੋਂ ਆਉਂਦਾ ਹੈ, ਮਨੁੱਖ ਕੋਲ ਪਦਾਰਥ ਵਧੇ ਨੇ, ਹੁਣ ਉਹ ਤੇ ਵਧ ਗਏ ਨੇ ਪਦਾਰਥ, ਪਰ ਪਦਾਰਥਾਂ ਦੀ ਵਰਤੋਂ ਕਿਵੇਂ ਕਰਨੀ ਹੈ ਇਹ ਥੋੜੀ ਨਾ ਇਹਨੂੰ ਪਤਾ ਹੈ। ਇਹ ਤੇ ਪਤਾ ਲੱਗੇ ਗੁਰੂ ਦੀ ਸੰਗਤ ਵਿੱਚ ਆ ਕੇ। ਜਿਵੇਂ ਇੱਕ ਬੱਚੇ ਨੂੰ ਉਹਦੇ ਮਾਂ-ਬਾਪ ਪੈਸੇ ਦਿੰਦੇ ਨੇ, ਪਹਿਲਾਂ ਦੱਸਦੇ ਨੇ ਇਸ ਪੈਸੇ ਦੀ ਆਹ ਵਰਤੋਂ ਕਰੀਦੀ ਹੈ। ਦੁਨਿਆਵੀ ਤੌਰ ਤੇ ਮਾਂ-ਬਾਪ ਨੇ ਕਾਰ ਵਿਹਾਰ ਜੋ ਕੁਝ ਦੱਸਿਆ ਮਨੁੱਖ ਉਵੇਂ ਜੀ ਰਿਹਾ ਹੈ, ਉਵੇਂ, ਪਰ ਆਤਮਾ ਦੇ ਤੌਰ ਤੇ ਉਵੇਂ ਨਹੀਂ ਜੀ ਰਿਹਾ ਜਿਵੇਂ ਇਹਨੂੰ ਗੁਰੂ ਨੇ ਦੱਸਿਆ ਹੋਇਆ, ਨਹੀਂ ਜੀ ਰਿਹਾ। ਇਹ ਪਦਾਰਥ ਪਰਮਾਤਮਾ ਤੋਂ ਚਾਹੁੰਦਾ ਹੈ, ਮਰਜ਼ੀ ਆਪਣੀ ਕਰਨੀ ਚਾਹੁੰਦਾ ਹੈ, ਬਸ ਗੱਲ ਇੰਨੀ ਹੈ। ਇਹ ਕਹਿੰਦਾ ਹੈ ਪਰਮਾਤਮਾ, ਇਹ ਗੁਰੂ, ਪਦਾਰਥ ਤੂੰ ਮੈਨੂੰ ਦੇ ਦੇ, ਮਰਜ਼ੀ ਮੇਰੀ ਚੱਲੇਗੀ। ਵਰਤਣੇ ਕਿਵੇਂ ਨੇ, ਕਿਵੇਂ ਨਹੀਂ ਵਰਤਣੇ ਨੇ, ਫਿਰ ਉਹ ਬੇਅਨਿਆਏ ਵਰਤ ਲੈਂਦਾ ਹੈ, ਉਹੀ ਇਹਨੂੰ ਨੁਕਸਾਨ ਪਹੁੰਚਾਉਂਦੇ ਨੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਸਾਧ ਸੰਗਤ, ਇੱਕ ਮਨੁੱਖ 2 ਸਾਲ ਲਾ ਕੇ 5-10 ਲੱਖ 20 ਲੱਖ ਰੁਪਇਆ ਇਕੱਠਾ ਕਰਦਾ ਹੈ, ਫਿਰ ਜੇ ਕਿਤੇ ਵਿਆਹ ਸ਼ਾਦੀ ਹੁੰਦਾ ਹੈ 5-4 ਲੱਖ ਰੁਪਇਆ ਨੱਚਣ ਗਾਉਣ ਵਾਲਿਆਂ ਨੂੰ ਦੇ ਦਿੰਦਾ। ਹੁਣ ਉਹਨੂੰ ਉਹ ਕਮਾਉਣ ਦੇ ਵਿੱਚ 2-3 ਮਹੀਨੇ ਤੇ ਲੱਗੇ ਹੋਣ, ਕਿੰਨੇ ਉਹਦੇ ਸਵਾਸ ਬਰਬਾਦ ਹੋਏ ਨੇ। ਹੁਣ ਜਿਹੜਾ ਉਹਨੇ ਦਿੱਤਾ ਉਹ ਦਾਨ ਉਹਦਾ ਵਿਅਰਥ ਗਿਆ, ਕਿਸੇ ਲੇਖੇ ਨਹੀਂ। ਜੀਵਨ ਵੀ ਵਿਅਰਥ ਗਿਆ, ਜੋ ਉੱਥੋਂ ਕਮਾਇਆ ਉਹ ਵੀ ਵਿਅਰਥ ਗਿਆ, ਕਿਉਂਕਿ ਉਹ ਉਹਦੇ ਕਿਸੇ ਕੰਮ ਨਹੀਂ ਆਉਣਾ, ਉਹਦਾ ਕਿਤੇ ਲੇਖੇ ਵੀ ਨਹੀਂ ਲੱਗਣਾ। ਨਿਕ੍ਰਿਸ਼ਟ ਦਾਨ ਇਹਨੂੰ ਕਿਹਾ ਜਾਂਦਾ, ਨੀਵੇਂ ਤਲ ਦਾ ਦਾਨ। ਇਹੀ ਮਨੁੱਖ ਜ਼ਿਆਦਾ ਕਰਦਾ ਹੈ। ਉਹਨੇ ਕਿਉਂ ਕੀਤਾ ਹੈ? ਲੋਕਾਂ ਦੇ ਕਰਕੇ। ਬਾਣੀ ਕਹਿੰਦੀ ਹੈ ਲੋਕਾਂ ਦੇ ਕਰਕੇ ਤੂੰ ਏਡਾ ਵੱਡਾ ਕੰਮ ਕਰ ਲਿਆ ਹੈ, ਪਰ ਯਾਦ ਰੱਖੀ ਲੇਖੇ ਦੇ ਵਿੱਚ ਲੋਕਾਂ ਤੇਰੇ ਨਾਲ ਨਹੀਂ ਚੱਲਣਾ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਲੋਕਾਂ ਕਰਕੇ ਦੀਨ ਗਵਾ ਰਿਹਾ। ਲੋਭ ਕਰਦਾ ਹੈ ਲੋਕਾਂ ਕਰਕੇ, ਲੋਕੀ ਮੇਰੀ ਇੱਜ਼ਤ ਕਰਨ, ਮੈਂ ਵੱਡਾ ਹੋ ਜਾਵਾਂਗਾ, ਇੱਜ਼ਤ ਕਰਨ। ਪੈਸਾ ਹੋਰ ਵੱਡੇ ਤੋਂ ਵੱਡਾ ਬਣ ਰਹੇ ਹੈ, ਕਾਹਦੇ ਨੇ? ਲੋਕੀ ਮੇਰੀ ਇੱਜ਼ਤ ਕਰਨ, ਬਸ ਗੱਲ ਇੰਨੀ ਹੈ। ਕਹਿੰਦੇ ਜਿੰਨਾ ਕਰਕੇ ਤੂੰ ਇੱਜ਼ਤ ਬਣਾ ਰਹੇ ਹੈ, ਤੇਰੀ ਇੱਜ਼ਤ ਕਿੰਨੇ ਸਾਲ ਹੋਏਗੀ? 60 ਸਾਲ 70 ਸਾਲ ਬਸ। ਜਿਸ ਦਿਨ ਇਹ ਪੂਰਾ ਹੋ ਗਿਆ ਉਸ ਤੋਂ ਬਾਅਦ ਕੋਈ ਨਹੀਂ ਕਿਸੇ ਨੂੰ ਜਾਣਦਾ। ਐਸੇ ਲੱਖਾਂ ਹੀ ਲੋਕ ਆਗੇ ਚਲੇ ਗਏ ਨੇ, ਲੱਖਾਂ ਹੀ। ਸਿਕੰਦਰ ਵਰਗੇ ਆ ਕੇ ਚਲੇ ਗਏ ਨੇ। ਕੌਣ? ਹਵਾ ਦੇ ਬੁੱਲੇ ਨੇ, ਉੱਡ ਜਾਂਦੇ ਨੇ। ਜਿਵੇਂ ਹਵਾ ਆਉਂਦੀ ਹੈ, ਹਵਾ ਰੋੜ ਕੇ ਲੈ ਜਾਂਦੀ ਹੈ ਕੰਕਰਾਂ ਨੂੰ, ਮਿੱਟੀਆਂ ਨੂੰ, ਪੱਥਰਾਂ ਨੂੰ। ਜਿਵੇਂ ਹਵਾ ਦੇ ਵਿੱਚ ਉੱਡ ਜਾਂਦੇ ਨੇ, ਇਵੇਂ ਮਨੁੱਖ ਹਵਾ ਦੇ ਸਮਾਨ ਹੈ, ਇਸ ਤੋਂ ਵੱਧ ਹੈ ਵੀ ਕੱਖ ਨਹੀਂ ਹੈ। ਹਵਾ ਡਾ ਕੇ ਲੈ ਜਾਏਗੀ। ਸਮੇਂ ਦਾ ਗੇੜ ਵੱਡਿਆਂ ਵੱਡਿਆਂ ਨੂੰ ਡਾ ਕੇ ਲੈ ਗਿਆ, ਵੱਡਿਆਂ ਵੱਡਿਆਂ, ਕੋਈ ਅੱਜ ਜਾਣਦਾ ਵੀ ਨਹੀਂ। ਇਸ ਕਰਕੇ ਸਾਧ ਸੰਗਤ ਅੱਜ ਦੀ ਜਿਹੜੀ ਇਹ ਪੌੜੀ ਹੈ, ਇਸ ਦੇ ਵਿੱਚ ਮਹਾਰਾਜ ਇਹ ਗੱਲ ਕਰਦੇ ਨੇ, ਜਿਨ੍ਹਾਂ ਨੇ ਪਰਮਾਤਮਾ ਨੂੰ ਪੂਜਿਆ ਹੈ, ਜਿਨ੍ਹਾਂ ਨੇ ਪਰਮਾਤਮਾ ਨੂੰ ਵੇਖਿਆ ਹੈ, ਜਾਂ ਜਿਨ੍ਹਾਂ ਨੇ ਉਸ ਦੀ ਪੂਜਾ ਕੀਤੀ ਹੈ, ਸੱਚ ਦੀ ਪੂਜਾ ਕੀਤੀ ਹੈ। ਪਰਮਾਤਮਾ ਤੇ ਸੱਚ ਹੈ, ਉਹਨੂੰ ਪੂਜਣ ਵਾਲੇ ਵੀ ਸਦਾ ਲਈ ਸੱਚ ਹੋ ਗਏ ਨੇ। ਉਹਨੂੰ ਪੂਜਣ ਵਾਲੇ, ਉਹ ਤੇ ਸੱਚ ਹੈ ਹੀ ਸੀ, ਪਰ ਜਿਨ੍ਹਾਂ ਨੇ ਉਸ ਦੀ ਪੂਜਾ ਕੀਤੀ ਹੈ ਉਹ ਵੀ ਸਦੀਵੀ ਕਾਲ ਲਈ ਸੱਚ ਹੋ ਗਏ ਨੇ। ਉਹਦਾ ਨਾਮ ਤੇ ਸੱਚ ਹੈ ਹੀ ਸੀ, ਪਰ ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਉਹ ਵੀ ਸੱਚੇ ਹੋ ਗਏ ਨੇ। ਇਸ ਤੋਂ ਇਹ ਪਤਾ ਲੱਗਦਾ ਹੈ ਜੋ ਪਰਮਾਤਮਾ ਹੈ ਉਹ ਸਦਾ ਹੈ, ਅਟਲ ਹੈ। ਇੱਕ ਪਰਮਾਤਮਾ ਸਦਾ ਰਹਿੰਦਾ ਹੈ, ਇੱਕ ਪਰਮਾਤਮਾ ਦਾ ਭਗਤ ਜਿਹਨੇ ਉਹਨੂੰ ਜਪਿਆ ਉਹ ਸਦਾ ਰਹਿੰਦਾ ਹੈ। ਇਹ ਤੋਂ ਇਹ ਸਮਝਣ ਦੀ ਗੱਲ ਹੈ। ਸਦੀਵੀ ਕਾਲ ਲਈ ਸਰੀਰ ਕਰਕੇ ਤੇ ਭਗਤ ਵੀ ਨਹੀਂ ਰਹਿੰਦਾ, ਸਦੀਵੀ ਕਾਲ ਲਈ ਤੇ ਭਗਤ ਵੀ ਨਹੀਂ ਰਹਿੰਦਾ ਸਰੀਰ ਕਰਕੇ। ਆਤਮਿਕ ਤੌਰ ਤੇ ਉਹ ਸਦਾ ਹੀ ਜਿਉਂਦਾ ਹੈ, ਖਤਮ ਨਹੀਂ ਹੁੰਦਾ। ਕਿਉਂ? ਉਹ ਮੁਕਤ ਹੋ ਜਾਂਦਾ ਹੈ, ਸਰੀਰ ਦੀਆਂ ਵਾਸ਼ਨਾਵਾਂ ਤੋਂ ਮੁਕਤ ਹੋ ਜਾਂਦਾ ਹੈ। ਹਰੇਕ ਮਨੁੱਖ ਸਰੀਰ ਦੇ ਤਲ ਤੇ ਜੀ ਰਿਹਾ, ਜਿਹੜੇ 9 ਗਿਆਨ ਤੇ ਕਰਮ ਇੰਦਰੇ ਨੇ, ਇਹਨਾਂ ਨਾਲ ਹੀ ਜੁੜਿਆ ਹੋਇਆ ਹੈ। ਤਾਂ ਹੀ ਕਰਕੇ ਜਦੋਂ ਜੀਭ ਦਾ ਸਵਾਦ ਇਹਨੂੰ ਆਉਂਦਾ, ਕਹਿੰਦੇ ਆਨੰਦ ਆ ਗਿਆ, ਬਸ ਇੱਥੇ ਜੁੜਿਆ ਹੋਇਆ। ਅੱਖਾਂ ਦੇ ਨਾਲ ਕੋਈ ਵਧੀਆ ਦੇਸ਼ ਵੇਖ ਲਿਆ, ਵਧੀਆ ਥਾਂ ਵੇਖ ਲਈ ਹੈ, ਕਹਿੰਦੇ ਬਹੁਤ ਵਧੀਆ, ਵੇਖ ਕੇ ਆਨੰਦ ਆ ਗਿਆ।
ਹੱਥਾਂ ਦੇ ਨਾਲ ਕੋਈ ਚੀਜ਼ ਸਪਰਸ਼ ਕਰਕੇ ਵੇਖ, ਕਹਿੰਦੇ ਬਹੁਤ ਮੁਲਾਇਮ ਹੈ, ਆਨੰਦ ਆ ਗਿਆ। ਕਿਉਂ? ਹਜੇ ਤਾਈਂ ਇੱਥੇ ਹੀ ਜੁੜਿਆ ਹੋਇਆ ਸਰੀਰ ਦੇ ਇੰਦਰੀਆਂ ਤੇ, ਇਸ ਤੋਂ ਅੱਗੇ ਗਿਆ ਹੀ ਨਹੀਂ ਹੈ। ਹੁਣ ਜਦੋਂ ਇਹ ਤੋਂ ਅੱਗੇ ਗਿਆ ਹੀ ਨਹੀਂ ਹੈ, ਫਿਰ ਇਹਨੂੰ ਪਰਮਾਤਮਾ ਦੇ ਆਨੰਦ ਦਾ ਕੀ ਪਤਾ ਲੱਗੇ? ਕੋਈ ਪਤਾ ਨਹੀਂ। ਇਸ ਕਰਕੇ ਬਾਣੀ ਕਹਿੰਦੀ ਹੈ ਜਦੋਂ ਤਾਈਂ ਇਹ ਵਾਲੇ ਰਸ ਹੈਗੇ ਨੇ, ਉਦੋਂ ਤਾਈਂ ਉਹ ਰਸ ਦਾ ਪਤਾ ਨਹੀਂ ਲੱਗਦਾ। ਉਹ ਰਸ ਕੈਸਾ ਹੈ ਨਹੀਂ ਪਤਾ ਲੱਗਦਾ। ਜਿਸ ਦਿਨ ਉਹਦਾ ਰਸ ਆ ਗਿਆ, ਫਿਰ ਇਹ ਰਸ ਚੰਗੇ ਨਹੀਂ ਲੱਗਦੇ, ਇਹਨਾਂ ਦਾ ਕੋਈ ਪਤਾ ਨਹੀਂ। ਜਿਸ ਦਿਨ ਉਹ ਰਸ ਆ ਜਾਂਦਾ ਹੈ, ਇਹ ਰਸ ਚੰਗੇ ਨਹੀਂ ਲੱਗਦੇ। ਹੁਣ ਮੈਂ ਆਪ ਜੀ ਦੇ ਸਾਹਮਣੇ ਇਹ ਬੇਨਤੀ ਕਰਾਂ, ਸਤਿਗੁਰ ਮਹਾਰਾਜ ਇਹ ਵੀ ਨਹੀਂ ਕਹਿਣਾ ਚਾਹੁੰਦੇ ਤੂੰ ਜ਼ਿੰਦਗੀ ਵਿੱਚ ਰਹਿ ਰਹੇ ਹੈ ਰਸਾਂ ਨੂੰ ਹੀ ਛੱਡ ਦੇ, ਇਹ ਨਹੀਂ ਕਰ ਰਹੇ। ਰਸ ਛੱਡ ਕੇ ਜ਼ਿੰਦਗੀ ਨਹੀਂ ਹੈ, ਤੂੰ ਜ਼ਿੰਦਗੀ ਵਿੱਚ ਕਮਾ ਰਹੇ ਹੈ, ਕਮਾਉਣਾ ਹੀ ਛੱਡ ਦੇ, ਇਹ ਨਹੀਂ ਹੈ। ਸਭ ਕੁਝ ਕਰ ਰਹੇ ਹੈ, ਕਰਤੇ ਜ਼ਰੂਰ, ਪਰ ਸੰਜਮ ਵਿੱਚ ਜ਼ਰੂਰ ਰੱਖ। ਗੱਲ ਵੀ ਅਸੀਂ ਇਸੇ ਚੀਜ਼ ਤੇ ਗੱਲ ਕੀਤੀ ਸੀ, ਜੋ ਪਰਮਾਤਮਾ ਹੈ ਉਹ ਸਦੀਵੀ ਹੈ, ਸੱਚ ਹੈ। ਸੱਚ ਕੀ ਹੈ? ਜੋ ਬਦਲਦਾ ਨਹੀਂ ਹੈ। ਸੱਚ ਕੀ ਹੈ? ਜਿਹਦੇ ਵਿੱਚ ਕੋਈ ਬਦਲਾਅ ਨਹੀਂ। ਇਹ ਸਰੀਰ ਹੈ, ਇਹ ਸੱਚ ਨਹੀਂ ਹੈ, ਤਾਂ ਹੀ ਤੇ ਬਦਲ ਗਿਆ। ਬਚਪਨ 'ਚ ਕੁਝ ਹੋਰ ਸੀ, ਹੁਣ ਜਵਾਨੀ 'ਚ ਕੁਝ ਹੋਰ ਹੈ, ਹੋਰ ਹੀ ਸ਼ਕਲ ਹੁੰਦੀ ਜਾ ਰਹੀ। ਕਦੇ ਸੋਚਿਆ ਵੀ ਨਹੀਂ ਸੀ, ਬਚਪਨ 'ਚ ਨਹੀਂ ਸੀ ਸੋਚਿਆ ਅੱਜ ਐਸੀ ਸ਼ਕਲ ਵੀ ਹੋ ਜਾਏਗੀ, ਨਹੀਂ ਸੀ ਪਤਾ। ਸਰੀਰ ਐਸਾ ਵੀ ਹੋਏਗਾ, ਸੋਚਿਆ ਵੀ ਨਹੀਂ, ਅੱਜ ਹੋ ਗਿਆ। ਹੁਣ ਜੇ ਐਸਾ ਹੋ ਗਿਆ, ਇੱਕ ਦਿਨ ਇਹ ਖਤਮ ਵੀ ਹੋ ਜਾਏਗਾ, ਇਹ ਵੀ ਕਦੇ ਦਿਮਾਗ ਵਿੱਚ ਨਹੀਂ ਆਇਆ, ਆਉਂਦਾ ਨਹੀਂ ਹੈ। ਹੁਣ ਜਦੋਂ ਤਾਈਂ ਇਹ ਦਿਮਾਗ ਵਿੱਚ ਨਹੀਂ ਆਉਂਦਾ ਹੈ, ਸੱਚਾਈ ਨਾਲ ਤੇ ਨਹੀਂ ਜੁੜੇਗਾ। ਇਹ ਪਹਿਲਾਂ ਸਮਝ ਆਉਣਾ ਚਾਹੀਦਾ ਹੈ। ਬਾਹਰੋਂ ਵੇਖਣ ਦੀ ਜ਼ਰੂਰਤ ਨਹੀਂ ਹੈ, ਆਪਣੇ ਅੰਦਰੋਂ ਹੀ ਵੇਖ ਲਓ। ਕਿਉਂ? ਝੂਠ ਨੂੰ ਵੇਖਣ ਦੀ ਜ਼ਰੂਰਤ ਹੈ, ਬਸ ਝੂਠ ਵੇਖ ਗਿਆ, ਸੱਚ ਆਪਣੇ ਆਪ ਹੀ ਵੇਖ ਜਾਏਗਾ। ਝੂਠ ਵੇਖ ਜਾਏ, ਜੋ ਬਚੇਗਾ ਉਹ ਸੱਚ ਹੀ ਰਹਿ ਜਾਏਗਾ ਬਸ। ਇਸ ਕਰਕੇ ਪਹਿਲਾਂ ਝੂਠ ਦਾ ਤੇ ਪਤਾ ਹੋਏ ਝੂਠ ਕੀ ਹੈ। ਹੁਣ ਗੁਰੂ ਮਹਾਰਾਜ ਸੁਖਮਣੀ ਸਾਹਿਬ ਵਿੱਚ ਹੀ ਕਹਿੰਦੇ ਨੇ, ਜੋ ਬਹਿਰਾਈ ਤਾਂ ਸਿਉਬਰੀ, ਬਲਵਾ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਕੱਚੇ ਕੋਠੇ ਵਿੱਚ ਰਹਿੰਦਾ ਹੈ, ਬਾਲੂ ਦੇ ਘਰ ਵਿੱਚ, ਮਿੱਟੀ ਦੇ ਘਰ ਵਿੱਚ ਰਹਿੰਦਾ ਹੈ ਤੇ ਆਨੰਦ ਮਾਣ ਰਿਹਾ। ਉਹਨੂੰ ਇਹ ਨਹੀਂ ਪਤਾ ਜਿਸ ਦਿਨ ਮੁਸਲਾਧਾਰ ਵਰਸ਼ਾ ਹੋਣੀ ਹੈ, ਤੇਰੇ ਘਰ ਨੂੰ ਖਤਮ ਕਰ ਦੇਣਾ। ਇਵੇਂ ਜਿਸ ਦਿਨ ਮੁਸਲਾਧਾਰ ਵਰਸ਼ਾ, ਤੇਰੇ ਸਵਾਸ ਖਤਮ ਹੋਣੇ ਨੇ, ਇਹ ਬਾਲੂ ਦਾ ਘਰ ਖਤਮ ਹੋ ਜਾਣਾ। ਪਰ ਯਾਦ ਰੱਖਣਾ, ਸਰੀਰ ਖਤਮ ਹੋਣਾ ਹੈ, ਜੋ ਅੰਦਰ ਹੈ ਉਹਨੇ ਖਤਮ ਨਹੀਂ ਹੋਣਾ। ਉਹਦੇ ਵਾਸਤੇ ਮੈਂ ਇੱਕ ਉਦਾਹਰਣ ਅਕਸਰ ਦਿਆ ਕਰਦਾ ਸਾਧ ਸੰਗਤ। ਇਹ ਕਿਵੇਂ ਪਤਾ ਲੱਗੇਗਾ? ਅਸੀਂ ਖਤਮ ਨਹੀਂ ਹੋਣਾ, ਜੋ ਅੰਦਰ ਵਿਕਾਰ ਨੇ ਉਹ ਨਹੀਂ ਖਤਮ ਹੋਣੇ। ਜਿਵੇਂ ਰਾਤ ਨੂੰ ਅਸੀਂ ਸੌਂਦੇ ਹਾਂ, ਸੌਂਦੇ ਸਮੇਂ ਸੁਪਨਾ ਆਉਂਦਾ ਹੈ। ਹੁਣ ਸੁਪਨੇ ਦੇ ਵਿੱਚ ਅਸੀਂ ਰੋ ਵੀ ਲੈਂਦੇ ਹਾਂ, ਸੁਪਨੇ ਵਿੱਚ ਲੜਾਈ ਵੀ ਕਰ ਲੈਂਦੇ ਹਾਂ, ਪਰ ਸਰੀਰ ਨਹੀਂ ਲੜਦਾ, ਸਰੀਰ ਆਰਾਮ ਨਾਲ ਪਿਆ ਰਹਿੰਦਾ। ਸਰੀਰ ਨੂੰ ਪਤਾ ਵੀ ਨਹੀਂ ਹੈ ਕੀ ਹੋ ਰਿਹਾ, ਪਰ ਸੁਪਨੇ ਵਿੱਚ ਸਾਰਾ ਕੁਝ ਚੱਲਦਾ ਰਹਿੰਦਾ, ਲੜਾਈ ਵੀ ਚੱਲਦੀ ਰਹਿੰਦੀ, ਸਭ ਕੁਝ ਚੱਲਦਾ ਰਹਿੰਦਾ। ਹੁਣ ਉਹ ਜਿਹੜਾ ਚੱਲ ਰਿਹਾ ਸੁਪਨੇ ਵਿੱਚ, ਉਹਨੂੰ ਚੱਲਣ ਵਾਸਤੇ ਇੱਥੋਂ ਪਤਾ ਲੱਗ ਗਿਆ ਸਰੀਰ ਦੀ ਲੋੜ ਨਹੀਂ ਹੈ। ਉਹ ਇਸ ਸਰੀਰ 'ਚ ਹੈ, ਮੰਨ ਲਓ ਸੁਪਨੇ ਵਿੱਚ ਹੀ ਮਨੁੱਖ ਪਿਆ ਹੈ, ਉੱਥੇ ਕਿਤੇ ਉਹਦੇ ਪ੍ਰਾਣ ਨਿਕਲ ਜਾਣ। ਫਿਰ ਉਹ ਜਿਹੜੀ ਚੇਤਨਾ ਹੈ ਉਹਦੇ ਵਿੱਚ, ਜਿਵੇਂ ਕ੍ਰੋਧ ਕਰ ਰਿਹਾ ਸੁਪਨੇ ਵਿੱਚ, ਹੁਣ ਸੁਪਨੇ ਵਿੱਚ ਕ੍ਰੋਧ ਕਰ ਰਿਹਾ, ਉਹੋ ਜਿਹਾ ਹੀ ਸਰੀਰ ਉਹਨੂੰ ਅਗਲਾ ਨਾਲੋਂ ਨਾਲ ਹੀ ਮਿਲ ਜਾਏਗਾ, ਉਹ ਚੇਤਨਾ। ਹੁਣ ਉਹਨੂੰ ਇਹ ਨਹੀਂ ਪਤਾ ਰਹੇਗਾ ਜਦੋਂ ਸਰੀਰ ਅਗਲਾ ਮਿਲੇਗਾ ਮੈਂ ਮਨੁੱਖਾ ਸਰੀਰ 'ਚੋਂ ਆਇਆ, ਇਹ ਨਹੀਂ ਉਹਨੂੰ ਪਤਾ ਹੋਏਗਾ। ਕਿਉਂਕਿ ਇਹ ਜਿਹੜੀ ਬੋਲੀ ਹੈ, ਇਹ ਹੀ ਸਾਨੂੰ ਪਸ਼ੂਆਂ ਤੋਂ ਵੱਖ ਕਰਦੀ ਹੈ। ਨਹੀਂ, ਭਾਵਨਾਵਾਂ ਤੋਂ ਬੋਲੀ ਆਉਂਦੀ। ਸ਼ਬਦ ਅਸੀਂ ਬੋਲ ਰਹੇ ਹਾਂ, ਜੇ ਅੰਦਰ ਕ੍ਰੋਧ ਦੀ ਭਾਵਨਾ ਬਾਤ ਸਾਡੀ ਤੇਜ਼ ਨਾਲ ਨਿਕਲੇਗੀ। ਜੇ ਕਿਸੇ ਦੇ ਪ੍ਰਤੀ ਭਾਵਨਾ ਪਿਆਰ ਦੀ ਹੈ, ਹੌਲੀ ਆਵਾਜ਼ ਨਿਕਲੇਗੀ। ਅੰਦਰ ਜਿਹੜੀ ਹਵਾ ਹੈ ਉਹ ਸਾਡੀ ਭਾਵਨਾ ਦੇ ਨਾਲ ਤੇਜ਼ੀ ਨਾਲ ਵੀ ਬਾਹਰ ਆਉਂਦੀ ਹੈ, ਹੌਲੀ ਵੀ ਆਉਂਦੀ ਹੈ। ਜੋ ਬੋਲ ਰਹੇ ਹਾਂ ਅਸੀਂ, ਬੋਲਾਂ ਦੀ ਗੱਲ ਨਹੀਂ ਹੈ। ਬੋਲਾਂ ਦੇ ਪਿੱਛੇ ਜਿਹੜੀ ਭਾਵਨਾ ਹੈ, ਉਹ ਭਾਵਨਾ ਹੀ ਮਨੁੱਖ ਨੂੰ ਦੁਬਾਰਾ ਜਨਮ ਦਿੰਦੀ ਹੈ। ਭਾਵਨਾ ਜੋ ਬੋਲਾਂ ਦੇ ਪਿੱਛੇ ਹੈ, ਉਹ ਬੜੀ ਸੂਖਸ਼ਮ ਹੈ, ਕੋਈ ਕੋਈ ਉਹਨੂੰ ਪਕੜਦਾ ਹੈ।
इस करके सतगुरु जी कहते ने तू परमात्मा नूं जदों ध्याएगा, परमात्मा सच है, सदीवी है, तो जिहड़ा उहनूं ध्याउंदा है वह भी सदीवी काल लई सच ही हो जाता है, सच दे विच समा जाता है, सच विच रह के सच वर्गा ही हो जाता है। कि सानू इहदे उदाहरण मिलते हैं, बिल्कुल मिलते हैं। जिन्हां ने सच नूं सेविया है, परमात्मा निरभव है, सच निरभव है, जिन्हां ने निरभव नूं सेविया है वह भी निरभव हो गए ने। परमात्मा का पता दुनिया नूं कित्थों लग्या है? भगतां तो, होर कित्थों पता लगना सी? परमात्मा है, सदीवी है, मनुख दे नेड़े ही है, कित्थों पता लगे है? गुरु तो। एक बार एक मनुख किसी मनुख दे कोल चला गया, कहंदे असल दे विच मैनूं इह दस कि परमात्मा है कि वह नेड़े ही है? कहंदे बिल्कुल नेड़े है। कहंदे फिर मैनूं माड़ा जिहा विखा कित्थे है? कोई गल नहीं, ले चलते हैं, लै गया नाल। हुण वह फरीद सी, तकड़ा सी फकीर, नाल नदी वगदी सी, नदी के कंढे ही रहिंदा सी, लै गया उहनूं नाल। तकड़ा सी, फड़ के जाके उहदा मूँह पानी दे विच, डूंगे पानी च डुबो दिंदा। हुण तड़फदा है, बहुत ज़्यादा तड़फदा है। तड़फदियां उहनूं कहंदा है, जदों छड़ दिता, कहंदे तू मैनूं परमात्मा मिलाउण लग्या सी कि मारन लग्या सी? कहंदे मारन नहीं सी लग्या, मैं तैनूं एक गल पुछदा हाँ, जदों मैं तैनूं डबोरिया सी तैनूं की याद सी? कहंदे कुछ याद नहीं सी, बस एक ही गल सी, परमात्मा साह आ जाए, बस जिवें साह आ जाए, साह मैनूं नेड़े लग रहा, साह की जरूरत सी। कहंदे बस याद रख, जिन्नी नेड़े तैनूं साह लग रहा सी, इन्नी ही नेड़े परमात्मा है। पता कदों लगेगा? जदों चारे बन्ने ते सारियां भावनावां बंद हो जाणगियां, एकागर हो जाएगा, वह सब तो नेड़े है। हजे पता क्यों नहीं लग रहा? क्योंकि मन खिंडिया होया है, ये अपने आप विच कुछ बनया होया है, तां इहनूं दूर लग रहा है। या तो लोभ करके, जां मोह करके, जां हंकार करके। मैं रात बच्चों ने उदाहरण दे रहा सी करते दा, जिवें रामलीला चलती है ना, अगे कोई राम जी बने, कोई रावण बने। हुण जिहड़ा रावण बने या जिहड़ा राम जी बने, जिहड़ा हनुमान जी बने, हुण बनया तो वह नाटक दे विच है हनुमान, वो समझ ले मैं ही हनुमान हाँ, तो फड़ के सारी जिन्नी उत्ते जनता लगी अग लाउणी शुरू कर दे। लोकी आखणे खड़ा हो जा, ते उन्होंने रोल दिता है, तू असली च थोड़ी ना है। हुण जिहड़ा रावण बनया सही दे विच किसी दी इस्त्री चुक लिया, लोकी आखणगे पागल हो गए, बाहर निकल, तू रावण नहीं है असली विच, तैनूं ते रोल मिलिया होया, तू भुल जा उहनूं, तू असली विच वो नहीं है, तैनूं ते अगे रोल दिता गया है। इवें मनुख है जिहड़ा, इहनूं रोल मिलिया है पिता दा, मां दा, पुत्र दा, धी दा, ये सही विच बन के बैठ गया, ये असल विच पुत्र नहीं है। हुण मैं आप जी के सामने एक बेनती होर करां, मैनूं उदाहरण याद आ रहा सी, जिवें एक एक्टर हुंदा है ते एक नाल एक्टर नहीं हुंदी है, उन्हां 100 फिल्मां 'च काम कीता हुंदा, किसे विच ओह मां बने हुंदे ने, किसे विच किसे दी धी बने हुंदे ने, ते सही मानिया च किसे दे पुत्र बने हुंदे ने, ते सही जिंदगी विच उन्हें कहण पिता जी, सही जिंदगी च उहदे पिछे पिछे वो कहणगे नहीं, वो गई फिल्म, उदों ही मैं तेरा पिता सी, असली विच थोड़ी ना मैं, असली विच की हाँ, असली विच मैं कुछ होर हाँ। 100 फिल्मां 'च काम कीता है, 100 फिल्मां 'च उहदा रोल अड्डो अड्ड है, 100 फिल्मां किसे विच एक्टर बने, किसे विच किसे शहर का बने, किसे पिंड का बने। एवें ही बाणी दे विच महाराज कहंदे ने, असल दे विच तू भी एक शहर का नहीं है, पता नहीं किन्नियां शहरां 'च किन्ने जन्म मिले ने, किहदा माँ बाप कहते मात पिता गुर, महाराज बाणी दे विच कहंदे ने, महाराज कहंदे ने पता नहीं तेरे किन्ने माँ बाप होए ने, जो अंदर है वह कोई माँ बाप नहीं है। हुण होया की है, जिवें एक मनुख रोल नूं ही अपनी जिंदगी समझ ले, बस ये बन गया, जो इनू अगे रोल मिलिया होया सी उन्होंने ही आप समझ बैठा, ये वो नहीं है। जो यह जाना
सो यो ना है। जो ये अपने आप को समझ रहा है वो ये नहीं है। जो तू मन रहा है वो तू नहीं है। जो तू है वो कदे जानिया ही नहीं है जो तू है। इस करके मनुख जो अपने आप को समझदा है वो ये नहीं है। जो ये है वो इन्हें जानिया ही नहीं है। ਉਹਦੇ ਜਾਣਨ ਦੇ ਲਈ ਸਤ ਸੰਗਤ ਹੈ, ਉਹਨੂੰ ਸਮਝਣ ਦੇ ਲਈ ਸਤ ਸੰਗਤ ਹੈ। ਇਹਨੂੰ ਚਿੰਤਾਵਾਂ ਨੇ, ਇਹਨੂੰ ਪਰੇਸ਼ਾਨੀਆਂ ਨੇ, ਕਿਉਂ? ਆਪਣੇ ਆਪ ਨੂੰ ਕੁਝ ਸਮਝ ਬੈਠਾ। ਬਸ ਗੱਲ ਇੰਨੀ ਹੈ। ਜੇ ਦਿਨ ਛੱਡ ਦੇਗਾ ਬਸ ਮੇਰਾ ਤੇ ਫਰਜ਼ ਹੈ, ਫਰਜ਼ ਨਿਭਾਉਣੇ ਸ਼ੁਰੂ ਕਰ ਦੇਗਾ, ਫਿਰ ਇਹ ਲੋਭ ਨਹੀਂ ਕਰੇਗਾ। ਜੇ ਦਿਨ ਸਮਝ ਆ ਗਈ ਫਿਰ ਇਹ ਮੋਹ ਵੀ ਨਹੀਂ ਕਰੇਗਾ, ਹੰਕਾਰ ਵੀ ਨਹੀਂ ਕਰੇਗਾ। ਇੱਕੋ ਦਮ ਹੀ ਸਾਰੇ ਔਗੁਣ ਚਲੇ ਜਾਣਗੇ, ਇੱਕੋ ਦਮ ਹੀ। क्यों? इनू समझ लग गई। समझ परी तो विसरियो गावन, सब कुछ खत्म हो जाएगा। समझ दी गल है। हुण वो समझ किसी नूं ते हुण लग जाएगी। कोई हुण थोड़े कर्म करेगा, इस जन्म में कर्म होर करेगा, शायद अजे समझ दा समा नहीं आया, फिर अगले बारी आ जाएगा, फिर मिलेगी। मिलनी जरूर है। जदों तई वो समझ नहीं आएगी, वो जो तई छुटकारा है ही नहीं है। बाणी कहती है, कहो नानक एह तत् विचारा, बिन हर भजन नहीं छुटकारा। छुटकारा नहीं है तेरी जीव आत्मा का। तेनू बार बार आना पेगा। छुटकारा उस दिन ही होना है जिस दिन परमात्मा की बंदगी दे नाल हिरदा भरपूर हो जाएगा। बस उस दिन जिस दिन अपने बंधन तोड़ देगा। हजे करता बनया हिंदू समझ बैठा है, मुसलमान समझ बैठा है, सिख। तू नहीं है। ये तेरे शरीर के नाल जुड़े सब कुछ। ये तू नहीं है, ये तेरे बंधन ने। अपनी गोत बना बैठा है, अपनी जात बना बैठा है, किसी को कुछ बना बैठा है, किसी को कुछ समझ बैठा है। बाणी कहती तू समझिया ही है, तू है नहीं है, वो तू मन्निया है। इस करके गुरु नानक साहब जी कहते हैं, जे तू मेरे को आना है ना, पहला जो कुछ तेरे को है इनू खत्म करके आ। पहला जो कुछ तेरे को है। महाराज बाणी दे विच ही गल कहते हैं, पहला मरण कबूल। मरण का मतलब सब कुछ खत्म कर। मैं कुछ नहीं हाँ, ना मैं हिंदू हाँ, ना मुसलमान हाँ, सिख हाँ, ना किसी का पुत्र हाँ, ना किसी का धी हाँ। ये खत्म कर पहला, फिर आए थे। पहला मरण कबूल। मरण का मतलब अपना सारा कुछ मार। पहला जीवन की छड़ आस। आ जिहड़ा जीवन है, जिहड़ा हुण चल रहा है, ये जीवन नूं आस छड़ दे। फिर जे ये हो गया, फिर होएगा कि हो सबन की रेणुका। वो कहेगा मैं कुछ भी नहीं हूँ। तो आओ हमारे पास, मेरे कोल ते तू तां आ सकदा है, वैसे आ ही नहीं सकता। गुरु नानक दे कोल पहुंचना है, फिर एवें आना पएगा। उस तो पहला गुरु नानक तई पहुंच नहीं है। गुरु नानक तई पहुंच लेट बनती है, शरीर तई पहुंच है, उस दे तई पहुंच नहीं है। महाराज कहते इस करके परमात्मा सदीवी है। हे मनुख तू भी सदीवी है, वो सदीवी नहीं है। पर तेनू पता किवें लगेगा तू भी सदीवी है? कहते चरण सत, सत पर संहार। जिस दिन परमात्मा का आचार ते व्यवहार जो गुरु ने दसे है, उन्होंने अपनी जिंदगी में लागू कर लेगा, तू भी सदीवी हो जाएगा। शरीर ते सदीवी नहीं है, ये तो पता लग गया। जो शरीर काले वाला तो चिट्टियां ते आ गया है, फिर इसका मतलब बदल गए ने। जो बदल जाता है वह सच नहीं होता। बदली हुई चीज़ सच नहीं होती। इस दुनिया में सब कुछ बदल रहा है, ताई करके दुनिया में कुछ भी सच नहीं है। जो बदलता है वो सच नहीं है। शरीर बदल गया है, फिर इतों पता कर लो ये शरीर सच नहीं है। मन जैसा सी 20 साल में जैसा सी, हुण वैसा नहीं है, बदल गया। यहाँ तो बहुत ज़्यादा विकारी हो गया, यहाँ फिर निरंकारी हो गया। निरंकारी तो कोई विरला होंदा है, वकारी सारे ही हो जाते हैं। बुढ़ेपे विच जांदियां जांदियां मन ज़्यादा लोभी हो जाता है, ज़्यादा कामी हो जाता है, ज़्यादा हंकारी हो जाता है। ज़्यादा ये याद रखना। जे मनुख ये सोच ले, बाणी कहती है बरधंत जरवा हितयंत माया। जिमें जिमें बुढ़ेपा वधेगा, माया दे नाल मनुख का प्रेम ज़्यादा हो जाता है। बरधंत जरवा हितयंत माया, ज़्यादा प्रेम आ जाता है। आसक्ति ज़्यादा वध जाती है। क्यों? होर तो सारी जिंदगी कुछ सोचिया ही नहीं, फिर हुण करेगा की?
ਹੁਣ ਇਹ ਆਪਣੇ ਅੰਦਰ ਦੀ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਕਿਉਂ? ਲੋਕੀ ਕਹਿਣਗੇ ਤੂੰ ਐਸਾ ਹੈ, ਦੱਸ। ਫਿਰ ਇਹ ਕੀ ਕਰੇਗਾ? ਅੰਦਰ ਹੀ ਅੰਦਰ ਉਹਨਾਂ ਗੱਲਾਂ ਨੂੰ ਪੀ ਜਾਏਗਾ, ਅਸਲ ਦੇ ਵਿੱਚ ਫਿਰ ਕਰੋਧੀ ਹੋ ਜਾਏਗਾ। ਇਹ ਵੇਖਣਾ, ਜ਼ਿਆਦਾ ਕ੍ਰੋਧ ਆ ਜਾਂਦਾ ਹੈ ਬਜ਼ੁਰਗ ਨੂੰ। ਕਿਉਂ? ਬਹੁਤ ਕੁਛ ਇਹਨੇ ਅੰਦਰ ਦਬਾਇਆ ਹੋਇਆ ਹੈ। ਜੋ ਕੁਛ ਦਬਾਇਆ ਹੋਇਆ ਦੱਸ ਕਿਸੇ ਨੂੰ ਸਕਦਾ ਨਹੀਂ ਹੈ। ਜੇ ਦੱਸੇਗਾ ਬੇਇੱਜ਼ਤੀ ਮਹਿਸੂਸ ਹੁੰਦੀ ਹੈ। ਦੱਸਦਾ ਤੇ ਕਿਸੇ ਨੂੰ ਨਹੀਂ ਹੈ, ਫਿਰ ਉਹ ਦੱਸ ਨਹੀਂ ਸਕਦਾ। ਅੰਦਰ ਕ੍ਰੋਧ ਹੈ, ਉਹ ਇਕੱਠਾ ਹੋ ਗਿਆ, ਉਹ ਕਿਸੇ ਨਾ ਕਿਸੇ ਨੂੰ ਉਤਾਰ ਦਿੰਦਾ ਹੈ। ਅਕਸਰ ਲੋਕ ਕਹਿੰਦੇ ਇਹ ਸਾਰਾ ਦਿਨ ਲੜਦਾ ਹੀ ਰਹਿੰਦਾ ਹੈ। ਦੱਸ ਇਹਨੇ ਕੀ ਲੈਣਾ ਹੈ ਵਿੱਚੋਂ? ਇਹ ਸਾਰਾ ਦਿਨ ਬਾਹਰ ਬੈਠਾ ਬੋਲਦਾ ਹੀ ਰਹਿੰਦਾ। ਕਿਉਂ ਬੋਲਦਾ ਹੈ? ਬੋਲੇ ਕਿਉਂ ਨਾ? ਹੁਣ ਸਾਰਾ ਕੁਝ ਦੇ ਅੰਦਰ ਇਕੱਠਾ ਹੋਇਆ, ਕਿਸੇ ਦੇ ਤੇ ਕੱਢੇਗਾ ਹੀ, ਕਰੋਧੀ ਹੋ ਗਿਆ। ਸਾਹਿਬ ਜੀ ਕਹਿੰਦੇ ਨੇ ਚਰਨ ਸਤ, ਸਤ ਪਰਸਨ ਹਾ। ਉਸ ਦੇ ਆਚਾਰ ਤੇ ਵਿਹਾਰ ਸੱਚ ਨੇ। ਜਿਹੜੇ ਉਹਦੇ ਆਚਾਰ ਵਿਹਾਰ ਨੂੰ ਲੈਂਦੇ ਨੇ, ਜੀਵ ਆਤਮਾ ਕਰਕੇ ਸਦੀਵੀ ਤੌਰ ਤੇ ਉਹਦੇ ਨਾਲ ਜੁੜ ਜਾਂਦੇ ਨੇ। ਅੱਗੇ ਕਹਿੰਦੇ ਨੇ ਜੇ ਉਹਨੇ ਕਿਸੇ ਨੇ ਉਸ ਦੀ ਪੂਜਾ ਕੀਤੀ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਸਦੀਵੀ ਕਾਲ ਲਈ ਉਹਦੀ ਪੂਜਾ ਹੁੰਦੀ ਹੈ। ਜਿਨ੍ਹਾਂ ਪਰਮਾਤਮਾ ਨੂੰ ਪੂਜਿਆ, ਜਿਨ੍ਹਾਂ ਪਰਮਾਤਮਾ ਦੀ ਸੇਵਾ ਕੀਤੀ ਹੈ, ਉਹਨੂੰ ਯਾਦ ਕੀਤਾ ਹੈ, ਉਸ ਨੂੰ ਫਿਰ ਦੁਨੀਆ ਯਾਦ ਕਰਦੀ ਹੈ। ਜਿਹਨੇ ਸਾਰੀ ਉਮਰ ਪਰਿਵਾਰ ਨੂੰ ਯਾਦ ਕੀਤਾ ਹੈ, ਅੰਤ ਸਮੇਂ ਬੜੀ ਵਾਰੀ ਪਰਿਵਾਰ ਵੀ ਯਾਦ ਨਹੀਂ ਕਰਦਾ। ਇੱਕ ਪੀੜ੍ਹੀ ਯਾਦ ਕਰ ਲੇਗੀ, ਦੂਜੀ ਕਰ ਲੇਗੀ, ਤੀਜੀ ਨਹੀਂ ਕਰੇਗੀ। ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ, ਸਦੀਵੀ ਕਾਲ ਲਈ ਅਮਰ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰੀ ਸਿੱਖਾਂ ਨੂੰ ਪੁੱਛਿਆ ਸੀ, ਇਹ ਸਿੱਖੋ ਭਗਤ ਰਵਿਦਾਸ ਜੀ ਦੇ ਟਾਈਮ ਤੇ ਰਾਜਾ ਕੌਣ ਸੀ? ਕਿਸੇ ਨੂੰ ਨਹੀਂ ਸੀ ਪਤਾ। ਕਹਿੰਦੇ ਮਹਾਰਾਜ ਅਸੀਂ ਕੀ ਲੈਣਾ, ਸਾਨੂੰ ਤੇ ਕੋਈ ਯਾਦ ਨਹੀਂ। ਕੌਣ ਸੀ? ਕਿਹੜੇ ਕਿਹੜੇ ਅਮੀਰ ਲੋਕ ਰਹਿੰਦੇ ਸਨ ਬਨਾਰਸ ਵਿੱਚ? ਕਿਸੇ ਨੂੰ ਨਹੀਂ ਪਤਾ। ਤੁਹਾਨੂੰ ਭਗਤ ਰਵਿਦਾਸ ਯਾਦ ਨੇ? ਕਹਿੰਦੇ ਉਹ ਯਾਦ ਨੇ। ਹੁਣ ਭਗਤ ਰਵਿਦਾਸ ਕਿਉਂ ਯਾਦ ਨੇ? ਕਿਉਂ? ਭਗਤ ਰਵਿਦਾਸ ਨੂੰ ਰੱਬ ਯਾਦ ਹੈ। ਭਗਤ ਰਵਿਦਾਸ ਨੂੰ ਪਰਮਾਤਮਾ ਯਾਦ ਹੈ। ਜਿਨ੍ਹਾਂ ਨੂੰ ਪਰਮਾਤਮਾ ਯਾਦ ਹੁੰਦਾ ਹੈ, ਉਹ ਸਾਰੀ ਦੁਨੀਆ ਦੀ ਯਾਦ ਵਿੱਚ ਹੁੰਦੇ ਨੇ। ਹੋ ਸਕਦਾ ਹੈ ਉਦੋਂ ਲੋਕੀ ਕਹਿੰਦੇ ਹੋਣਗੇ ਇਹਨੂੰ ਕਿਹਨੇ ਯਾਦ ਕਰਨਾ, ਇਹ ਵੇਖਿਓ ਛੇਤੀ ਹੀ ਖਤਮ ਹੋ ਜਾਏਗਾ। ਚੱਪਲਾਂ ਤੇ ਗੰਢਦਾ, ਇਹਨਾਂ ਨੂੰ ਕੌਣ ਯਾਦ ਰੱਖੇਗਾ? ਔਰ ਉਹ ਕੋਈ ਬਹੁਤੇ ਅਮੀਰ ਵੀ ਨਹੀਂ ਸਨ, ਸਿਰਫ ਚੱਪਲਾਂ ਦਾ ਹੀ ਵਪਾਰ ਕਰਦੇ ਸਨ। ਚੱਪਲ ਗੰਢਣ ਵਾਲੇ ਨੂੰ ਹੀ ਅੱਜ ਦੁਨੀਆ ਯਾਦ ਹੈ। ਉਹਨਾਂ ਦੇ ਨਾਂ ਤੇ ਮੰਦਿਰ ਬਣੇ ਨੇ, ਉਹਨਾਂ ਦੇ ਨਾਂ ਤੇ ਗੁਰਦੁਆਰੇ ਬਣੇ ਨੇ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਖਾਂ ਲੋਕ ਰੋਜ਼ ਹੀ ਮੱਥਾ ਟੇਕਦੇ ਨੇ। ਭਗਤ ਰਵਿਦਾਸ ਅਮਰ ਹੋ ਗਏ ਸਦਾ ਲਈ। ਪੂਜਾ ਸਤ, ਉਹਦੀ ਪੂਜਾ, ਉਹਦੀ ਆਰਾਧਨਾ, ਉਹਦੇ ਵਿੱਚ ਧਿਆਨ ਜੋੜਨਾ, ਇਹ ਸੱਚ ਹੈ। ਸੱਚ ਦੇ ਵਿੱਚ ਧਿਆਨ ਜੋੜਨਾ। ਫਿਰ ਜਿੰਨਾ ਸੱਚ ਦੇ ਵਿੱਚ ਧਿਆਨ ਜੋੜਿਆ, ਜਿਹੜੇ ਸੇਵਾਦਾਰ ਨੇ ਜੋੜਿਆ, ਉਹ ਵੀ ਸੱਚਾ ਹੋ ਜਾਂਦਾ। ਉਹ ਵੀ ਸੱਚਾ। ਉਸ ਦੇ ਬੋਲ ਮਿੱਥਿਆ ਨਹੀਂ ਬੋਲਣਗੇ, ਸੱਚੇ ਬੋਲ ਬੋਲੇਗਾ। ਝੂਠੇ ਬੋਲ ਉਹ ਬੋਲੇਗਾ ਨਹੀਂ। ਜਿਹਦੇ ਕੋਲ ਵੀ ਬੈਠੇਗਾ ਸੱਚੀ ਹੋਈ ਗੱਲ ਕਰੇਗਾ। ਸਤ ਸੇਵਾਦਾਰ, ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਹੈ, ਉਹ ਸੱਚਾ ਹੀ ਹੋ ਜਾਂਦਾ ਹੈ। ਉਹਦੀ ਸਰੋਤ ਹੈ, ਉਹ ਮਾੜੀ ਨਹੀਂ ਹੋਏਗੀ। ਸੇਵਾਦਾਰ ਦੀ ਨਿਸ਼ਾਨੀ, ਉਹ ਜੋ ਕੁਝ ਸੁਣੇਗਾ ਸੱਚ ਹੀ ਸੁਣੇਗਾ, ਮਾੜੀ ਚੀਜ਼ ਉਹ ਸੁਣੇਗਾ ਹੀ ਨਹੀਂ। ਦੁਨੀਆ ਦੇ ਬੰਨੋਂ ਮੁਰਦਾ ਹੋ ਜਾਂਦਾ ਹੈ ਉਹ ਮਨੁੱਖ। ਜਿਹੜਾ ਪਰਮਾਤਮਾ ਵੱਲੋਂ ਜੀਵਿਤ ਹੁੰਦਾ ਹੈ, ਉਹਦੀ ਨਿਸ਼ਾਨੀ ਦੁਨੀਆ ਵੱਲੋਂ ਮੁਰਦਾ ਹੋ ਜਾਂਦਾ ਹੈ। ਫਿਰ ਜਦੋਂ ਦੁਨੀਆ ਦੀ ਗੱਲ ਸੁਣਦਾ ਹੀ ਨਹੀਂ ਹੈ, ਫਿਰ ਦੁਨੀਆ ਨਾਲ ਉਹਦੀ ਬਣਦੀ ਵੀ ਨਹੀਂ ਹੈ। ਫਿਰ ਉਹਨੂੰ ਜਾਂ ਤੇ ਸੋਲੀ ਤੇ ਲਟਕਾ ਦਿੱਤਾ ਜਾਂਦਾ। ਕਿਉਂ? ਇਹ ਤੇ ਪਾਗਲ ਹੋ ਗਿਆ, ਐਵੇਂ ਕਹਿ ਦਿੰਦੇ ਲੋਕ। ਗੁਰੂ ਨਾਨਕ ਸਾਹਿਬ ਨੂੰ ਕਿਹਾ, ਜੀਸਸ ਨੂੰ ਕਿਹਾ, ਤਾਂ ਹੀ ਬਾਣੀ ਕਹਿੰਦੀ ਹੈ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਆਉਂਦਾ ਹੀ ਨਹੀਂ, ਕਿਉਂਕਿ ਭਗਤ ਹੋਰ ਦੁਨੀਆ ਵਿੱਚ ਜੀ ਰਿਹਾ ਹੁੰਦਾ, ਸੰਸਾਰੀ ਹੋਰ ਦੁਨੀਆ 'ਚ ਜੀ ਰਿਹਾ। ਜਿਹੜਾ ਸੰਸਾਰੀ ਹੈ ਕਦੇ ਤੇ ਉਹ ਪਰਮਾਤਮਾ ਤੇ ਵਿਸ਼ਵਾਸ ਕਰ ਲੈਂਦਾ, ਕਦੇ ਢਾਹ ਲੈਂਦਾ। ਭਗਤ ਨਹੀਂ ਹੈ, ਭਗਤ ਸਦੀਵੀ ਉਹਦੇ ਵਿਸ਼ਵਾਸ ਤੇ ਬੈਠਾ ਹੈ। ਦੁਨੀਆ ਦੇ ਵਿੱਚ ਤੇ ਕਦੀ ਵਿਸ਼ਵਾਸ ਪਰਮਾਤਮਾ ਤੇ ਆਇਆ, ਜਦੋਂ ਉਹਨੇ ਵਸਤੂ ਦੇ ਦਿੱਤੀ ਫਿਰ ਵਸਤੂ ਤੇ ਵਿਸ਼ਵਾਸ ਆ ਗਿਆ। ਜਦੋਂ ਤੇ ਹੀ ਗਰੀਬ ਸੀ ਉਦੋਂ ਤੇ ਹੀ ਪਰਮਾਤਮਾ ਤੇ ਵਿਸ਼ਵਾਸ ਸੀ। ਜਦੋਂ ਕੁਝ ਮਿਲ ਗਿਆ, ਹੁਣ ਆਪਣਾ ਜੋ ਪਦਾਰਥ ਮਿਲੇ ਨੇ ਉਹਨਾਂ ਤੇ ਵਿਸ਼ਵਾਸ ਹੈ। ਮੇਰਾ ਇਹ ਕੀ ਕਰ ਲੈਣਗੇ? ਮੈਂ ਕਈ ਕਹਿੰਦੇ ਸੁਣੇ ਨੇ, ਮੇਰਾ ਇਹ ਕੀ ਕਰ ਲੈਣਗੇ, ਇੰਨੇ ਪੈਸੇ ਨੇ ਮੇਰੇ ਕੋਲ, ਮੈਂ ਐਵੇਂ ਦਿਆਂਗਾ ਤੇ ਐਵੇਂ ਨੂੰ ਚੁਕਾ ਦਿਆਂਗਾ। ਐਵੇਂ ਲੋਕੀ ਕਹਿੰਦੇ ਨੇ। ਮੇਰੇ ਸਾਹਮਣੇ ਇਹ ਕੀ ਹੈ? ਐਵੇਂ ਕਹਿੰਦੇ ਮੇਰੇ ਸਾਹਮਣੇ ਇਹ ਕੀ ਹੈ? 1 ਮਿੰਟ ਤੋਂ ਪਹਿਲਾਂ ਮੈਨੂੰ ਸਾਫ਼ ਕਰ ਦਿਆਂਗਾ, ਐਵੇਂ ਕਹਿਣੇ ਸ਼ੁਰੂ ਕਰ ਦੇਣੇ। ਹੁਣ ਉਹਨੂੰ ਇਹ ਨਹੀਂ ਪਤਾ
ਕਦੇ ਸਮਾਂ ਸੀ ਤੂੰ ਜਿਹਦੇ ਕੋਲੇ ਪਦਾਰਥ ਮੰਗ ਰਿਹਾ ਸੀ, ਅੱਜ ਉਹਦੇ ਪਦਾਰਥਾਂ ਨੂੰ ਲੈ ਕੇ ਤੇ ਦੁਨੀਆ ਤੇ ਹੰਕਾਰ ਕਰ ਰਹੇ ਆ। ਅੱਜ ਉਹਦੇ ਪਦਾਰਥ ਹੁਣ ਉਹਨਾਂ ਦੇ ਖਤਮ ਹੋਣ ਦਾ ਸਮਾਂ ਵੀ ਇਹੀ ਹੁੰਦਾ ਹੈ। ਹੁਣ ਕਈ ਵਾਰੀ ਮਨੁੱਖ ਛੋਟੇ ਜਿਹੇ ਪਦਾਰਥਾਂ ਤੇ ਰੁਕ ਜਾਂਦੇ ਨੇ, ਕਿਉਂਕਿ ਬਖਸ਼ਿਸ਼ ਵੱਡੀ ਚੀਜ਼ ਹੈ। ਮੈਂ ਆਪ ਜੀ ਸਾਹਮਣੇ ਇਹ ਵੀ ਜ਼ਰੂਰ ਬੇਨਤੀ ਕਰਾਂਗਾ, ਜਦੋਂ ਅਸੀਂ ਬੰਦਗੀ ਕਰਦੇ ਹਾਂ ਥੋੜਾ ਕੁਝ ਸਾਨੂੰ ਮਿਲ ਜਾਂਦਾ ਹੈ, ਅਸੀਂ ਸੋਚਦੇ ਹਾਂ ਬਸ, ਉਸ ਤੋਂ ਬਾਅਦ ਫਿਰ ਅਸੀਂ ਇੰਨੇ ਬਿਜੀ ਹੁੰਦੇ ਹਾਂ, ਹੋਰ ਵੀ ਬੜਾ ਕੁਝ ਮਿਲਣਾ ਹੁੰਦਾ ਹੈ, ਉਹ ਅਸੀਂ ਲੈ ਹੀ ਨਹੀਂ ਪਾਉਂਦੇ ਕਿ ਉੱਥੇ ਹੀ ਰੁਕ ਜਾਂਦੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਹੈ ਤੇ ਕਹਾਣੀ ਹੈ, ਗੁਰੂ ਨਾਨਕ ਸਾਹਿਬ ਜੰਗਲ ਨੂੰ ਭੱਜ ਰਹੇ ਸਨ, ਪਿੱਛੇ ਪਿੱਛੇ ਭਾਈ ਲਹਿਣਾ ਜੀ, ਬਾਬਾ ਬੁੱਢਾ ਜੀ ਸਾਰੇ ਨੇ, ਹੋਰ ਸੰਗਤ ਵੀ ਬੜੀ ਹੈ। ਕਹਿੰਦੇ ਜਿਵੇਂ ਜਿਵੇਂ ਅੱਗੇ ਗਏ, ਅੱਗੇ ਚਾਂਦੀ ਦੇ ਢੇਰ ਆਏ ਨੇ, ਕਈਆਂ ਨੇ ਚਾਂਦੀ ਫੜੀ ਤੇ ਮੁੜ ਗਏ। ਹੋਰ ਅੱਗੇ ਚੱਲੇ, ਸੋਨੇ ਦੇ ਢੇਰ ਆ ਗਏ। ਕਈਆਂ ਸੋਚਿਆ ਚਲੋ ਗੁਰੂ ਜੀ ਤੇ ਅੱਗੇ ਚਲੇ ਗਏ ਨੇ, ਸੋਨਾ ਫੜੋ ਆਪਣੇ ਘਰ ਚੱਲੋ, ਘਰ ਵਿਹਾਰ ਚਲਾਈਏ ਚੱਲ ਕੇ, ਸੋਨਾ ਲੈ ਕੇ ਵਾਪਸ ਮੁੜ ਗਏ। ਕੁਛ ਅੱਗੇ ਚਲੇ, ਹੀਰੇ ਆ ਗਏ, ਹੀਰਿਆਂ ਨੇ ਲਏ ਤੇ ਵਾਪਸ ਮੁੜ ਗਏ। ਅੰਤ ਦੇ ਵਿੱਚ ਰਹਿ ਗਏ 2 ਜਣੇ, ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ, ਬਾਕੀ ਸਾਰੇ ਹੀ ਮੁੜ ਗਏ। ਉਹ 2 ਹੀ ਯਾਦ ਨੇ, ਬਾਕੀ ਕੋਈ ਯਾਦ ਹੀ ਨਹੀਂ ਹੈ ਦੁਨੀਆ 'ਚ। ਜਿਹੜੇ ਸੋਨਾ ਲੈ ਕੇ ਮੁੜੇ ਉਹਨਾਂ ਨੂੰ ਵੀ ਕੋਈ ਨਹੀਂ ਯਾਦ ਕਰਦਾ, ਜਿਹੜੇ ਹੀਰੇ ਲੈ ਕੇ ਮੁੜੇ ਉਹ ਵੀ ਯਾਦ ਨਹੀਂ। ਯਾਦ ਕੌਣ ਹੈ? ਸਤ ਸੇਵਦਾਰ, ਉਹ ਸੇਵਾਦਾਰ ਜਿਹਨੇ ਸੱਚ ਨੂੰ ਕਿਹਾ ਹੈ। ਸੇਵਾਦਾਰ ਉਹੀ ਹੈ ਜਿਹੜਾ ਸੱਚ ਦੀ ਸੇਵਾ ਕਰ ਰਿਹਾ। ਉਹ ਸਦੀਵੀ ਕਾਲ ਲਈ ਯਾਦ ਹੋ ਸਕਦਾ ਹੈ। ਸੇਵਾਦਾਰ ਦੇ ਕੋਲ ਧਨ ਜ਼ਿਆਦਾ ਨਾ ਹੋਏ, ਹੋ ਵੀ ਸਕਦਾ, ਇਹ ਵੀ ਗੱਲ ਨਹੀਂ ਹੈ ਧਨ ਨਾ ਹੋਏ, ਧਨ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ, ਇਹ ਵੀ ਗੱਲ ਹੈ। ਰਾਜਾ ਜਨਕ ਹੈ, ਰੱਬ ਦਾ ਵੱਡਾ ਸੇਵਾਦਾਰ ਹੈ, ਰਾਜਾ ਹੈ, ਪਤਾ ਹੀ ਨਹੀਂ ਕਿੰਨੀ ਮਾਇਆ ਹੈ। ਉਹ ਰੱਬ ਐਸਾ ਹੀ ਹੈ। ਪਰਮਾਤਮਾ ਨਹੀਂ ਚਾਹੁੰਦਾ ਮੇਰਾ ਭਗਤ ਗਰੀਬ ਹੋਏ। ਭਗਤ ਧੰਨਾ ਜੀ ਤੇ ਕਿਹਾ ਪਰਮਾਤਮਾ ਇੱਕ ਘੋੜੀ ਵੀ ਦੇ ਦੇ, ਤੇਰਾ ਭਗਤ ਚੜ੍ਹ ਕੇ ਜਾਏ ਤੇ ਲੋਕੀ ਵੇਖਣ ਵੀ ਘੋੜੀ ਦੇ, ਲੋਕੀ ਤੇ ਕੀ ਵੇਖਣ, ਮੈਂ ਆਨੰਦ ਲੈਣਾ ਚਾਹੁੰਦਾ ਘੋੜੀ। ਇੱਕ ਤਾਜਨ ਤੁਰੀ ਚੰਗੇਰੀ, ਮੈਨੂੰ ਘੋੜੀ ਵੀ ਦੇ ਦਿੱਤੇ, ਮੈਂ ਬਹਿ ਕੇ ਜਾਵਾਂ ਤੇ ਤੇਰਾ ਭਗਤ ਆ ਮੈਂ, ਇਹ ਪਦਾਰਥ ਤੇ ਮੈਨੂੰ ਚਾਹੀਦੇ ਨੇ। ਸਭ ਕੁਝ ਹੀ ਉਹਨਾਂ ਮੰਗਿਆ। ਪਰਮਾਤਮਾ ਦੇ ਕੋਲੋਂ ਜਿਹੜਾ ਸੇਵਾਦਾਰ ਹੈ ਉਹ ਉਹਦੇ ਚਰਨਾਂ ਦੀ ਮੰਗ ਕਰਦਾ ਹੈ। ਅੱਗੇ ਮਹਾਰਾਜ ਕਹਿੰਦੇ ਦਰਸ਼ਨ ਸਤ, ਸਤ ਪੇਖਨ ਹਾਰ, ਉਹਦੇ ਦਰਸ਼ਨ ਸਦੀਵੀ ਨੇ। ਫਿਰ ਜਿਹਨੇ ਉਹਦੇ ਦਰਸ਼ਨ ਵੇਖ ਰਹੇ ਨੇ ਉਹ ਵੀ ਸਦੀਵੀ ਹੋ ਜਾਂਦਾ। ਬਾਣੀ ਦੇ ਵਿੱਚ ਇੱਕ ਫਰਮਾਨ ਹੈ, ਕਹਿੰਦੇ ਜਿਵੇਂ ਚੰਦਨ ਦੇ ਕੋਲ ਰਹਿਣ ਵਾਲੇ ਦਰਖਤ ਵੀ ਚੰਦਨ ਵਰਗੀ ਖੁਸ਼ਬੂ ਦੇਣ ਲੱਗ ਜਾਂਦੇ ਨੇ, ਚੰਦਨ ਦੇ ਕੋਲ ਰਹਿਣ ਵਾਲੇ। ਇਵੇਂ ਯਾਦ ਰੱਖਣਾ, ਜਿਹੜੇ ਪਰਮਾਤਮਾ ਦੇ ਕੋਲ ਰਹਿ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਉਹਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ, ਗੁਰੂ ਦੇ ਕੋਲ ਰਹਿੰਦੇ ਨੇ, ਉਹਦੀ ਬੰਦਗੀ ਕਰਦੇ ਨੇ, ਉਹ ਵੀ ਗੁਰੂ ਵਰਗੇ ਹੀ ਹੋ ਜਾਂਦੇ ਨੇ। ਜਿਸ ਪਾਸ ਬੈਠਿਆ ਸੋ ਹੀ ਹੈ, ਉਹਦੇ ਵਰਗੇ ਹੀ ਹੋ ਜਾਂਦੇ। ਕਬੀਰ ਸਾਹਿਬ ਜੀ ਕਹਿੰਦੇ ਨੇ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਉਹ ਵੀ ਚੰਦਨ ਵਰਗੇ ਹੀ ਹੋ ਜਾਂਦੇ ਨੇ ਜਿਹੜੇ ਚੰਦਨ ਦੇ ਕੋਲ ਰਹਿੰਦੇ ਨੇ, ਚੰਦਨ ਵਰਗੇ ਹੀ ਹੋ ਜਾਂਦੇ। ਰੱਬ ਦੇ ਕੋਲ ਰਹਿਣ ਵਾਲਿਆਂ ਦਾ ਸੁਭਾਅ ਕੈਸਾ ਹੁੰਦਾ ਹੈ? ਰੱਬ ਵਰਗਾ ਹੀ ਹੁੰਦਾ ਹੈ, ਰੱਬ ਤੋਂ ਵੱਖਰਾ ਨਹੀਂ ਹੁੰਦਾ। ਪਰਮਾਤਮਾ ਨਿਰਭਉ ਹੈ, ਭਗਤ ਵੀ ਨਿਰਭਉ ਹੋ ਜਾਂਦਾ। ਤਾਂ ਹੀ ਕਰਕੇ ਮੈਂ ਬੇਨਤੀ ਕਰ ਰਿਹਾ, ਪਰਮਾਤਮਾ ਦਾ ਪਤਾ ਕਿੱਥੋਂ ਲੱਗਿਆ ਸਾਨੂੰ, ਉਹ ਕੈਸਾ ਹੈ? ਉਹਦੇ ਭਗਤਾਂ ਤੋਂ। ਉਹਦੇ ਬਾਰੇ ਸਾਨੂੰ ਦੱਸਿਆ ਕਿੰਨੇ ਹੈ? ਜਿਨ੍ਹਾਂ ਨੇ ਉਹਦਾ ਨਾਂ ਜਪਿਆ ਉਹਨਾਂ ਹੀ ਦੱਸਿਆ। ਫਿਰ ਮਨੁੱਖ ਨੂੰ ਪਹਿਲੇ ਪਹਿਲ ਤੇ ਉਹ ਨਹੀਂ ਵਿਖੇਗਾ, ਪਹਿਲੇ ਪਹਿਲ ਤੇ ਉਹਨੂੰ ਵਿਸ਼ਵਾਸ ਹੀ ਕਰਨਾ ਪਏਗਾ ਕਿਤੇ ਜਿਨ੍ਹਾਂ ਦੇ ਕੋਲੋਂ ਆਇਆ, ਜਿਹੜੇ ਉਹਨੂੰ ਦੱਸ ਰਹੇ ਨੇ। ਹੁਣ ਪਹਿਲੇ ਪਹਿਲ ਤੇ ਪਰਮਾਤਮਾ ਨਹੀਂ ਨਾ ਵਿਖੇਗਾ, ਪਹਿਲੇ ਪਹਿਲ ਤੇ ਵਿਸ਼ਵਾਸ ਹੈ। ਜਿਵੇਂ ਇੱਕ ਬੱਚਾ ਇਸ ਵਿਸ਼ਵਾਸ ਤੇ ਪੜ੍ਹਾਈ ਆਰੰਭ ਕਰ ਦਿੰਦਾ, ਉਹਦੇ ਮਾਂ-ਬਾਪ ਕਹਿੰਦੇ ਨੇ ਬੇਟਾ ਤਕੜਾ ਹੋ ਕੇ ਪੜ੍ਹਾਈ ਕਰ, ਕੱਲ ਨੂੰ ਤੂੰ ਡੀਸੀ ਬਣ ਜਾਏਗਾ। ਅਜੇ ਬਣਿਆ ਨਹੀਂ ਹੈ, ਮਾਂ-ਬਾਪ ਦਾ ਵਿਸ਼ਵਾਸ ਹੈ ਬਸ। ਐਵੇਂ ਹੀ ਬਾਣੀ ਕਹਿੰਦੀ ਹੈ, ਜਿਹੜੇ ਗੁਰੂ ਤੇ ਵਿਸ਼ਵਾਸ ਰੱਖ ਕੇ ਪਰਮਾਤਮਾ ਦੀ ਬੰਦਗੀ ਸ਼ੁਰੂ ਕਰ ਦਿੰਦੇ ਨੇ, ਜਿਸ ਦਿਨ ਮਰਤਬਾ ਪ੍ਰਾਪਤ ਹੁੰਦਾ ਹੈ ਉਸ ਦਿਨ ਕਹਿੰਦੇ ਨੇ ਠੀਕ ਹੈ ਮੈਂ ਗੁਰੂ ਦੇ ਕਹਿਣ ਤੇ ਸ਼ੁਰੂ ਕਰ ਦਿੱਤੀ। ਇਹਨੂੰ ਬਾਣੀ ਕਹਿੰਦੇ ਜਿਨੀ ਨਾਮ ਧਿਆਇਆ, ਪਹਿਲਾਂ ਨਾਮ ਧਿਆਇਆ ਹੈ, ਗਏ ਮਸ਼ੱਕਤ ਘਾਲ, ਫਿਰ ਘਾਲਣਾ ਉਹਨਾਂ ਘਾਲੀ ਹੈ ਕਿਹਦੇ ਕਹਿਣ ਤੋਂ? ਗੁਰੂ ਦੇ ਕਹਿਣ ਦੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਪਤਾ ਨਹੀਂ ਕਿੰਨੇ ਲੋਕ ਛੁੱਟ ਗਏ ਉਹਨਾਂ ਦੇ ਨਾਲ, ਪਰ ਪਹਿਲਾਂ ਸਾਧਨਾ ਕੀਤੀ ਹੈ, ਆਰੰਭਤਾ ਕੀਤੀ ਹੈ। ਦਰਸ਼ਨ ਪਰਮਾਤਮਾ ਦੇ ਵੇਖੇ ਨੇ ਕਿਵੇਂ? ਘਾਲਣਾ ਘਾਲ ਕੇ, ਪਹਿਲਾਂ ਘਾਲਣਾ ਘਾਲ ਲਈ ਹੈ, ਫਿਰ ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਹੁਣ ਬਾਣੀ ਦੇ ਵਿੱਚ ਇੱਕ ਸ਼ਬਦ ਹੈ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ,
मिलियो आए अचिंता। हुण इत्थे शब्द हो जाएगा कि घालना नाल नहीं मिलता, नहीं, ऐसी गल नहीं है। महाराज इत्थे होर चीज़ कह रहे हैं। वो कहते हैं घालना घाल घाल के ये पता लगता है परमात्मा तू मेरी घालना नाल नहीं मिल सकता, क्यों तू वड्डा है। फिर वो बेनती करनी शुरू करता है। जो मनुख घालना घालता है ना, जो उन्होंने थोड़ा जा ज्ञान होंगे, कभी समझ ऐसी अवस्था आए, उन्होंने ये लगना शुरू हो जाना सारी दुनिया का मैनू पता लग गया। फिर जिमें थोड़ा होर अगे जाएगा, नहीं नहीं बहुत कुछ वड्डा है। अंत दे विच वो कह दिंदा परमात्मा मेरे हिस्से कुछ नहीं है, मैनू पता ही नहीं है। कह पिंगुल पर्वत पर भवन नहीं होत उहाँ उस गवन। ये परमात्मा पिंगला मैं पहाड़ के उत्ते किवें चढ़ांगा, नहीं चढ़ सकता। मैं तो फिर एक ही गल कर सकता कि करतार करुणा मैं दीन बेनती करे। मैं तेरे अगे बेनती करना, नानक तुमरी किरपा तारा। मैं तेरी किरपा दे नाल पार उतारा कर सकदा। मेरा पूजा सत, दर्शन सत, सत पेखन हार, नाम सत, सत त्यावन हार। जेड़े उहदा नाम जपदे ने वो भी सदीवी काल लई सच्चे हो जाते। आप सत, सत सब धारी, आपे गुण गुणकारी। वो आपे ही सत है, आपे ही संतोख है। ये गुण उन्हें ही बनाए ने, आप ही है वो। फिर गुणवान भी लोगों को आप ही वो बनाउंदा है, आप ही। वो सच है, किरपा वो आप ही करता है। जिस ते वो किरपा करता है, मैं रात बेनती कर रहा साध संगत, जिस ते परमात्मा ने किरपा की है, जां परमात्मा नूं जिस मनुख ते तरस आ गया, उहदे लक्षण की ने? असीं किवें पता करांगे परमात्मा नूं इत्ते तरस है? बाणी दे विच शब्द ही है, परमात्मा नूं जे ते तरस आ गया वो किहो जिहा होएगा। बाणी कहंदी है, कहंदे तरस पिया मेहरामत होई सतगुर सज्जन मिलिया। जे वो संगत विच आ गया, गुरु की बाणी पढ़न लग गया, समझण लग गया, कहते याद रखो परमात्मा नूं तरस उत्ते आ गया। उदन तरस आया। ये परमात्मा का तरस है कि उन्होंने गुरु की बाणी समझ आउण लग गई है। उन्होंने परमात्मा के बारे किते भी गल चलती होए उन्होंने आनंद आना शुरू हो गया है। ये उहदी किरपा हो गई है। ये किरपा की निशानी है। बाणी दे विच तरस पिया मेहरामत होई सतगुर सज्जन मिलिया। नानक नाम मिलै तां जीवै तन मन थीवै हरिया। हे परमात्मा जे नाम मिलेगा, हुण मैं तां ही जीना जे तेरा नाम मिलेगा, उवें मेरी जीवन है ही नहीं। जदों ही तेरे तो विछड़ जाना हाँ, एक सैकेंड भी मन तेरे तो विछड़दा। क्यों? शरीर करके असीं गुरु तो चले जाने हाँ। जुड़ना गुरु दे नाल मन करके है। शरीर सदा गुरु दे नाल नहीं रह सकता। मन गुरु दे नाल 24 घंटे रह सकता है। शरीर ते 1 घंटा आएगा चला जाएगा, 20 मिनट आएगा चला जाएगा। शरीर सदा नहीं रह सकता परमात्मा नाल। मन तौर पर सदैवी रह सकता, आत्मक तौर पर सदैवी रह सकता है। शरीर के तल ते एक लिमिट है। क्यों? शरीर काल के घेरे विच है, मन अकाल विच जिउंदा है। मन नूं भज्जण दे लई स्पेस नहीं चाहिदा। शरीर नूं भज्जण दे लई स्पेस चाहिदा है, मन नूं नहीं चाहिदा। मन हुण इत्थे बैठा है, इत्थों भज के अमरीका जा सकता है 1 सेकंड च। मन नूं भज्जण दे लई थां दी लोड़ नहीं है। शरीर ने भजना जगह चाहिए है। जो छोटा जा कमरा दे शरीर नहीं भज सकता, पर वो छोटे जे कमरे में बैठ के मन अमरीका तक जा सकता है, बड़ी दूर तक जा सकता। मन भजदा रहिंदा साडा, या तो पिछलियां यादां विच या आउण वालियां यादां विच। हुण दे विच कोई जींदा है। अद्धी दुनिया अगे जी रही है, अद्धी दुनिया पिछे जी रही है। हुण विच कोई जी रहा है। अद्धे ये कह रहे हैं आने वाले टाइम आ कर देना, अद्धे ये सोच रहे हैं पिछे माड़ा ही बड़ा होया, पता नहीं ठीक कदों होएगा। अथे इत्थे जी रहे हैं, अद्धे उधर जी रहे। हुण विच कोई जी रहा है, विरला जी रहा है। जिद ते परमात्मा की कृपा है वो जी रहा है। नहीं सारी दुनिया मन तिन्ने कालों च जिंदा है, या पिछे जां अगे। भगत जिहड़ा है वो अज दे विच जिंदा है। जो तुद भावै साई भली का, इत्थे जिंदा है भगत। संसारी हुण पिछे विच जिहड़ा जी रहा है, असल विच चिंता विच होएगा जिहड़ा पिछे जी रहा।
ਜਿਹੜਾ ਅੱਗੇ ਜੀ ਰਿਹਾ ਉਹ ਵੀ ਚਿੰਤਾ ਵਿੱਚ ਹੈ, ਜਿਹੜਾ ਹੁਣ ਵਿੱਚ ਜੀ ਰਿਹਾ ਉਹ ਅਚਿੰਤ ਹੈ, ਉਹਨੂੰ ਸਾਰੀ ਚਿੰਤਾ ਰੱਬ ਤੇ ਛੱਡ ਦਿੱਤੀ ਹੈ। ਹੁਣ ਜਿਹੜੇ ਅੱਗੇ ਜੀ ਰਹੇ ਨੇ ਸਾਰਾ ਦਿਨ ਰੋਟੀ ਵੀ ਖਾ ਰਹੇ ਨੇ, ਚਿੰਤਾ ਅਗਲੀ ਲੱਗੀ ਹੋਈ ਹੈ। ਪਿੱਛੇ ਜੀ ਰਹੇ ਨੇ ਮਾੜਾ ਹੋ ਗਿਆ, ਜੋ ਹੋਣਾ ਸੀ ਉਹ ਤੇ ਹੋ ਗਿਆ, ਉਹਨੂੰ ਬਦਲੇਗਾ ਕਿਵੇਂ? ਹੁਣ ਨਹੀਂ ਬਦਲਿਆ ਜਾਣਾ। ਅੱਗੇ ਬਦਲਿਆ ਜਾ ਸਕਦਾ ਕਿਵੇਂ? ਬਾਣੀ ਕਹਿੰਦੀ ਅਹਿ ਰਖਵਾਤ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਕਿਸੇ ਨਾਲ ਈਰਖਾ ਨਾ ਕਰ, ਕਿਸੇ ਨਾਲ ਦਵੈਸ਼ ਨਾ ਕਰ। ਜੇ ਤੈਨੂੰ ਕੁਝ ਨਹੀਂ ਮਿਲਿਆ ਚੰਗੇ ਕਰਮ ਕਰ, ਰੱਬ ਦਾ ਨਾਂ ਜਪ, ਕਰਮ ਬਦਲ ਜਾਣਗੇ। ਖੇਡ ਤੇ ਕਰਮਾਂ ਦਾ ਹੈ ਸਾਰਾ। ਜੋ ਤੇਰੇ ਭਾਗ ਵਿੱਚ ਨਹੀਂ ਸੀ ਉਹ ਤੈਨੂੰ ਨਹੀਂ ਮਿਲਿਆ ਹੈ, ਜੋ ਭਾਗ ਵਿੱਚ ਹੈ ਭਾਵੇਂ ਜਾ ਕੇ ਧਰਤੀ ਦੇ ਵਿੱਚ ਬੈਠ ਜਾ, ਉੱਥੇ ਜਾ ਕੇ ਵੀ ਮਿਲ ਜਾਏਗਾ। ਮਿਲਣਾ ਹੈ ਜੇ ਭਾਗ ਵਿੱਚ ਜੋ ਹੈ। ਮੈਂ ਰਾਤ ਵੀ ਇਹ ਬੇਨਤੀ ਕੀਤੀ ਸਾਧ ਸੰਗਤ, ਇੱਕ ਮਨੁੱਖ ਕਹਿੰਦੇ ਨੇ ਉਹਦੇ ਕੋਲ 2 ਲੱਖ ਰੁਪਈਆ ਸੀ, ਡਿੱਗ ਗਿਆ ਸੜਕ ਦੇ ਉੱਤੇ, ਜੋ ਕਰਮਾਂ ਵਿੱਚ ਹੋਏ। ਡਿੱਗ ਗਿਆ, ਅੱਧੇ ਘੰਟੇ ਬਾਅਦ ਅੱਗੇ ਜਾ ਕੇ ਉਹਨੂੰ ਪਤਾ ਲੱਗਿਆ ਪੈਸੇ ਡਿੱਗ ਗਏ ਨੇ। ਪਿੱਛੋਂ ਆਇਆ, ਉੱਥੋਂ ਪਤਾ ਨਹੀਂ ਕਿੰਨੇ ਹੀ ਲੋਕ ਨਿਕਲੇ ਸੜਕ ਤੋਂ, ਕਿਸੇ ਦਾ ਧਿਆਨ ਹੀ ਨਹੀਂ ਪਿਆ। ਉਹ ਵਾਪਸ ਆਇਆ, ਕਹਿੰਦੇ ਉਹ ਪੈਸੇ ਨੂੰ ਉੱਤੋਂ ਕੋਈ ਟਰੈਕਟਰ ਚੜ ਗਿਆ, ਜੀਰੀਆਂ ਦਾ ਸੀਜ਼ਨ ਸੀ, ਮਾੜੇ ਮਾੜੇ ਪੈਸੇ ਉਹ ਲੁਕ ਗਏ। ਟਰੈਕਟਰ ਵਾਲੇ ਨੂੰ ਵੀ ਨਹੀਂ ਪਤਾ ਲੱਗਾ ਜਿਹਨੇ ਚੜਿਆ। ਆ ਕੇ ਉਹਨੇ ਫਿਰ ਚੁੱਕ ਲਏ ਅੱਧੇ ਘੰਟੇ ਬਾਅਦ। ਜੋ ਉਹਦੇ ਕਰਮ ਵਿੱਚ ਹੈ ਉਹਨੂੰ ਮਿਲ ਗਿਆ, ਜੋ ਕਰਮ ਵਿੱਚ ਨਹੀਂ ਹੁੰਦਾ ਘਰ ਦੇ ਵਿੱਚੋਂ ਲੰਬਾਰੀ 'ਚ ਚਲੇ ਜਾਂਦੇ ਨੇ, ਘਰੋਂ ਹੀ ਚਲੇ ਜਾਂਦੇ ਨੇ। ਜਦੋਂ ਜਾਣੇ ਨੇ ਘਰੋਂ ਹੀ ਨਿਕਲ ਜਾਂਦੇ ਨੇ, ਜਦੋਂ ਆਉਣੇ ਨੇ ਪਤਾ ਨਹੀਂ ਕਿੱਥੋਂ ਆ ਜਾਣੇ ਨੇ। ਬਾਣੀ ਕਹਿੰਦੀ ਤੇਰੇ ਕਰਮ ਨੇ, ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਕਰਮ ਮਿਲੈ ਨਾ ਹੀ ਠਾਕ ਰਹਾਈਆ, ਜੇ ਉਹਦੀ ਬਖਸ਼ਿਸ਼ ਸਿਰ ਤੇ ਹੋਣੀ ਹੈ ਕੋਈ ਉਸ ਦੇ ਵਿੱਚ ਰੋਕ ਨਹੀਂ ਪਾ ਸਕਦਾ। ਸਤਿਗੁਰੂ ਜੀ ਮਹਾਰਾਜ ਇਹ ਕਿਰਪਾ ਕਰਨ, ਜਿੰਨੇ ਸਤਸੰਗੀ ਆਪ ਚੱਲ ਕੇ ਆਉਂਦੇ ਹੋ, ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ। ਪਰਮਾਤਮਾ ਆਪਣੀ ਸ਼ਕਤੀ ਬਖਸ਼ਣ, ਉਹ 'ਤੇ ਵਿਸ਼ਵਾਸ ਆਏ। ਜੋ ਸਾਰਿਆਂ ਦੇ ਵਿੱਚ ਹੈ, ਹਰ ਜਗ੍ਹਾ ਹੈ, ਹਰ ਸਮੇਂ ਹੈ, ਉਹ 'ਤੇ ਵਿਸ਼ਵਾਸ ਆਏ, ਉਹਦੇ ਵਿਧਾਨ 'ਤੇ ਵਿਸ਼ਵਾਸ ਆਏ। ਉਹਦੇ ਵੱਲੋਂ ਕਦੇ ਕੁਝ ਮਾੜਾ ਨਹੀਂ ਹੁੰਦਾ, ਉਹਦੇ ਵੱਲੋਂ ਜੋ ਕੁਝ ਹੋ ਰਿਹਾ ਠੀਕ ਹੀ ਠੀਕ ਹੋ ਰਿਹਾ। ਉਹਨੂੰ ਠੀਕ ਕਰਨ ਦੀ ਲੋੜ ਨਹੀਂ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਬਾਹਰ ਠੀਕ ਨਾ ਕਰੀ, ਆਪਣੇ ਆਪ ਨੂੰ ਠੀਕ ਕਰ। ਬਾਹਰ ਜੋ ਕੁਝ ਵੀ ਹੋ ਰਿਹਾ ਉਹ ਠੀਕ ਹੀ ਹੋ ਰਿਹਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਬਾਹਰ ਸਭ ਕੁਝ ਹੀ ਠੀਕ ਹੈ, ਅੰਦਰ ਠੀਕ ਕਰਨ ਦੀ ਜ਼ਰੂਰਤ ਹੈ। ਉਹ ਠੀਕ ਹੁੰਦਾ ਸੰਗਤ ਵਿੱਚ ਆ ਕੇ, ਬੰਦਗੀ ਕਰਕੇ। ਸੰਗਤ ਤੋਂ ਬਿਨਾਂ ਪਤਾ ਨਹੀਂ ਲੱਗਦਾ, ਸੰਗਤ ਤੋਂ ਬਿਨਾਂ ਸਮਝ ਨਹੀਂ ਆਉਂਦੀ, ਗੁਰੂ ਦੇ ਸ਼ਬਦ ਤੋਂ ਬਿਨਾਂ ਸਮਝ ਨਹੀਂ ਆਉਂਦੀ। ਅੰਧੇਰਾ ਹੀ ਅੰਧੇਰਾ ਰਹਿੰਦਾ ਹੈ। ਸਤਿਗੁਰੂ ਜੀ ਇਹ ਕਿਰਪਾ ਕਰਨ, ਜਿੰਨੇ ਸਤਸੰਗੀ ਆਪ ਚੱਲ ਕੇ ਆਉਂਦੇ ਹੋ, ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ। ਹੁਣ ਅੱਜ ਤੋਂ ਬਾਅਦ, ਅੱਜ 16 ਤਰੀਕ ਸ਼ਾਇਦ ਹੋ ਗਈ ਹੈ, 17 ਤੇ 18 2 ਦਿਨ ਸਵੇਰ ਦੀ ਕਥਾ ਨਹੀਂ ਹੋਏਗੀ। 19 ਤਰੀਕ ਨੂੰ ਹੁਣ ਕਥਾ ਹੋਏਗੀ। ਉਹਦੇ ਵਿੱਚ ਅਸੀਂ ਫਿਰ ਜੋ ਪਰਮਾਤਮਾ ਦਾ ਸਰੂਪ ਹੈ, ਉਹਦਾ ਸਰੂਪ ਕੈਸਾ ਹੈ, ਜਿਨ੍ਹਾਂ ਨੇ ਉਹਨੂੰ ਪਛਾਣ ਲਿਆ ਹੈ, ਉਹਨਾਂ ਦੇ ਹਿਰਦਿਆਂ ਵਿੱਚ ਵਿਸ਼ਵਾਸ ਕਿਉਂ ਆਇਆ ਹੈ, ਇਸ ਚੀਜ਼ 'ਤੇ ਆਪਾਂ ਵਿਚਾਰ ਹੁਣ 19 ਤਰੀਕ ਨੂੰ ਆਰੰਭ ਕਰਾਂਗੇ। ਕਿਉਂਕਿ ਇਹ ਜਿਹੜੀ ਸਾਰੀ ਅਸ਼ਟਪਦੀ ਹੈ, ਇਹਦੇ ਵਿੱਚ ਗੱਲ ਹੀ ਸਾਰੀ ਪਰਮਾਤਮਾ ਦੇ ਵਿਸ਼ਵਾਸ ਦੀ ਹੈ। ਉਹਦੇ ਵਿਸ਼ਵਾਸ ਦੀ, ਉਹਦੀ ਸਮਝ ਦੀ, ਉਹ ਕਿਵੇਂ ਹੈ, ਕਿੱਥੇ ਰਹਿ ਰਿਹਾ ਹੈ, ਇਹਦੇ ਬਾਰੇ ਹੀ ਅਸੀਂ ਗੱਲ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੀ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।